इससे पहले जब नॉन आम आदमी पार्टी की सरकारें थीं पंजाब में, तब आम आदमी पार्टी की सरकार दिल्ली की वो हमेशा पंजाब और हरियाणा पर ब्लेम डालती थी। अब लेकिन इस साल क्या उसके पास ये एक एक्सक्यूज़ रह जाएगा? ਸਰਕਾਰ ਨੇ ਕੋਸ਼ਿਸ਼ਾਂ ਬਹੁਤ ਕੀਤੀਆਂ। ਖੇਤੀਬਾੜੀ ਯੂਨੀਵਰਸਿਟੀ, ਪੰਜਾਬ ਗਵਰਨਮੈਂਟ ਵੱਲੋਂ ਅਜਿਹੀਆਂ ਮਸ਼ੀਨਾਂ, ਅਜਿਹੇ ਉਪਕਰਨ ਟੈਕਨੀਕਲ ਤਰੀਕੇ ਦੇ ਨਾਲ ਔਜ਼ਾਰਾਂ ਦੇ ਜ਼ਰੀਏ, ਲੇਕਿਨ ਹੱਲ ਨਿਕਲ ਨਹੀਂ ਪਾਇਆ। ਕਿਸਾਨੀ ਦਾ ਇਹ ਜਿਹੜਾ ਐਗਰੇਰੀਅਨ ਇਸ ਵਕਤ ਇਕਨੋਮੀ ਹੈ ਉਹ ਸਟ੍ਰੈਸ ਦੇ ਵਿੱਚ ਹੈ, ਹਮੇਸ਼ਾ ਤੋਂ ਡਿਸਟ੍ਰੈਸ ਦੇ ਵਿੱਚ ਰਹੀ ਹੈ, ਕਿਉਂਕਿ ਤੁਸੀਂ ਕੋਈ ਅਜਿਹਾ ਤਰੀਕਾ ਨਹੀਂ ਕਿਸਾਨ ਨੂੰ ਦੇ ਪਾਏ ਹੋ ਕਿ ਪਰਾਲੀ ਨੂੰ ਡਿਸਪੋਜ਼ ਆਫ ਕਰਨ ਲਈ ਤੁਸੀਂ ਉਹਨੂੰ ਬਹੁਤ ਵਧੀਆ ਕੋਈ ਸਾਇੰਟੀਫਿਕ ਤਰੀਕਾ ਦਿੱਤਾ ਹੋਵੇ। ਇਹੋ ਜਿਹੇ ਪਲਾਂਟ ਲਾਤੇ ਹੋਣ ਜਿੱਥੋਂ ਖੁਦ ਸਰਕਾਰਾਂ ਕਲੈक्शन करान। क्योंकि आपने दशहरा पे रावण की मूर्तियां जलाई गई, उस पर आपने कोई रोक नहीं लगाई, लेकिन हम लोगों के खिलाफ आप लोग जो है कार्रवाई करते हैं। ਇਹ ਧੂਆਂ ਉੱਡ ਕੇ ਜਿਹੜਾ ਜਾਂਦਾ ਕਿ ਇਹ ਧੂਆਂ ਪੰਜਾਬ ਤੇ ਹਰਿਆਣਾ ਦੇ ਬੱਚਿਆਂ ਨੂੰ ਨਹੀਂ ਡਿਸੇਬਲ ਕਰਦਾ ਹੋਏਗਾ, ਨੋ ਡਾਊਟ। ਉਹਦੇ 'ਚ ਆਪਾਂ ਉਹ ਨਹੀਂ ਕਹਿ ਸਕਦੇ। ਦਿੱਲੀ ਨੇ ਆਪਣੇ ਆਪ ਤੇ ਵਰਕ ਬਹੁਤ ਕੀਤਾ ਹੈ, ਲੇਕਿਨ ਡਿਸਪਾਈਟ ਦੈਟ ਜਿਹੜੀ ਤੁਹਾਡੀ ਡੈਂਸਿਟੀ ਵਧੀ ਹੈ, ਤੁਹਾਡੀ ਪ੍ਰੋਬਲਮਸ ਆਪਣੀਆਂ ਨੇ। ਉਹ ਤਾਂ ਬਾਹਰੋਂ ਥੋੜ੍ਹਾ ਜਿਹਾ ਧੂਆਂ ਆ ਗਿਆ ਤੇ ਤੁਹਾਡੀ ਸਥਿਤੀ ਚੋਕ ਹੋਣ ਵਾਲੀ ਹੋ ਜਾਂਦੀ ਹੈ। ਉਸ ਵਕਤ ਸਾਰਾ ਦਾ ਸਾਰਾ ਜਿਹੜਾ ਬਲੇਮ ਹੈ ਉਹ ਤੁਸੀਂ ਕਿਸਾਨਾਂ ਦੇ ਉੱਤੇ ਪਾ ਦਿੰਦੇ ਹੋ। ਸਵਾਮੀਨਾਥਨ ਕਹਿੰਦੇ ਮੌਤ ਹੋ ਗਈ, ਉਹਨਾਂ ਦੀ ਉਮਰ ਹੋ ਗਈ ਸੀਗੀ, ਲੇਕਿਨ ਉਹਨਾਂ ਨੇ ਕਿਹੜੇ ਸਾਲ ਦੇ ਕਿੰਨੇ ਦਹਾਕੇ ਪਹਿਲਾਂ ਇਹ ਫਾਰਮੂਲਾ ਦਿੱਤਾ ਸੀਗਾ C+50% ਵਾਲਾ ਵੀ ਘੱਟੋ ਘੱਟ ਕਿਸਾਨਾਂ ਦਾ ਜਿੰਨਾ ਖਰਚਾ ਹੁੰਦਾ ਉਹ ਤਾਂ +50% ਉਹਨਾਂ ਨੂੰ ਜ਼ਰੂਰ ਦਿਓ ਤਾਂ ਕਿ ਉਹ ਵਾਇਬਲ ਕਰਨ। नमस्कार, आदाब, सत श्री अकाल। इस खास प्रोग्राम में एक बार फिर से मैं मनमोहन शर्मा आप सबका इस्तकबाल करता हूं। पंजाब में फिर से क्रॉप बर्निंग या जो क्रॉप रेसिड्यू बर्निंग है या जिसको स्टबल बर्निंग भी कहते हैं वो केसेस बढ़ गए हैं। अब औसतन डेली 360 केसेस पंजाब में दर्ज किए जा रहे हैं क्रॉप रेसिड्यू बर्निंग के मैं स्पेसिफाई कर दूं। और इसका नतीजा ये होता है कि दिल्ली में एयर पोल्यूशन बढ़ जाता है। दिल्ली की एयर क्वालिटी फिर से वेरी पुअर कैटेगरी में आ गई है, जिसकी वजह से दिल्ली के एनवायरनमेंट मिनिस्टर गोपाल राय साहब ने जो दिल्ली में 2017 से ग्रेडेड रिस्पॉन्स एक्शन प्लान है उसका सेकेंड स्टेज अब वो लागू हो गया है। इससे पहले जब नॉन आम आदमी पार्टी की सरकारें थीं पंजाब में, तब आम आदमी पार्टी की सरकार दिल्ली की वो हमेशा पंजाब और हरियाणा पर ब्लेम डालती थी। अब लेकिन इस साल क्या उसके पास ये एक एक्सक्यूज़ रह जाएगा या क्या और भी इसके पास एक्सक्यूज़ेस होंगे? क्या रीज़न्स दिए जा रहे हैं? इन सब मामलों में बड़े तफसील में बात करने के लिए आज फिर से मेरे साथ जुड़े हैं मेरे सहयोगी रितेश लकी साहब। रितेश जी, आपका बहुत बहुत स्वागत। शुक्रिया मनी जी। मैं दिल्ली गवर्नमेंट का प्रेशर देख रहा था जिसमें आतिशी मारलेना ने कहा है कि अब डीपीसीसी के चेयरमैन पे उन्होंने इल्ज़ाम लगाया कि उन्होंने जो रियल टाइम पोल्यूशन स्टैटिस्टिक था वो उसको रोक दिया है। इससे पहले अरविंद केजरीवाल साहब हमेशा पंजाब गवर्नमेंट पे इसकी जिम्मेदारी लादते थे, लेकिन पिछले साल से जो है अब आम आदमी पार्टी की सरकार है पंजाब में, और जो एक स्टैटिस्टिक आया है उसके मुताबिक 63% इजाफा हुआ है 2022 के बनस्बत इस साल। पोल्यूशन दिल्ली का उसमें कोई फ़र्क पड़ा नहीं है, फैलता ही जा रहा है। आप इसको किस तरह से देखते हैं कि पंजाब में हो क्या रहा है? ਦੇਖੋ ਜੀ, ਇਹ ਤਾਂ ਪੋਲਿਊਸ਼ਨ ਦਾ ਮਸਲਾ ਹੈ। ਪ੍ਰਦੂਸ਼ਣ ਵਾਤਾਵਰਣ ਦੇ ਨਾਲ ਜੁੜਿਆ ਹੋਇਆ ਇਸ਼ੂ ਹੈ ਤੇ ਅੱਜ ਦਾ ਨਹੀਂ, ਕਈ ਸਾਲ ਪੁਰਾਣੇ ਪਹਿਲਾਂ ਤੋਂ ਚਰਚਾਵਾਂ ਹੋ ਰਹੀਆਂ ਨੇ, ਲੇਕਿਨ ਪਿਛਲੇ ਤਕਰੀਬਨ ਜੇ ਆਪਾਂ ਧਿਆਨ ਨਾਲ ਦੇਖੀਏ ਤਾਂ 7-8 ਸਾਲਾਂ ਤੋਂ ਜ਼ਿਆਦਾ ਕੰਟਰੋਵਰਸੀ ਹੋ ਜਾਂਦੀ ਹੈ, ਕਿਉਂਕਿ ਪਰਾਲੀ, ਇਹਨੂੰ ਬੇਸਿਕਲੀ ਸਟਬਲ ਜਿਸ ਨੂੰ ਤੁਸੀਂ ਬਰਨਿੰਗ ਕਹਿ ਰਹੇ ਹੋ, ਪੰਜਾਬੀ ਦੇ ਵਿੱਚ ਪਰਾਲੀ ਕਹਿੰਦੇ ਨੇ, ਹਿੰਦੀ ਪੰਜਾਬੀ ਦੇ ਵਿੱਚ ਪਰਾਲੀ ਸਾੜਨਾ। ਤੇ ਖਾਸ ਕਰਕੇ ਜਿਹੜੀ ਝੋਨੇ ਦੀ ਫਸਲ ਹੁੰਦੀ ਹੈ, ਚੌਲ ਦੀ ਫਸਲ ਹੁੰਦੀ ਹੈ, ਤੇ ਉਹਦੀ ਕਟਾਈ ਤੋਂ ਬਾਅਦ ਜਿਹੜਾ ਹਸਕ ਬਚਦਾ ਹੈ ਉਹਨੂੰ ਕਿਸਾਨ ਸਾੜਦੇ ਨੇ। ਸਾੜਨਾ ਠੀਕ ਨਹੀਂ ਹੈ, ਲੇਕਿਨ ਹੋਰ ਉਹਨਾਂ ਕੋਲ ਕੋਈ ਤਰੀਕਾ ਨਹੀਂ ਹੈ, ਕਿਉਂਕਿ ਉਹਦਾ ਜਿਹੜਾ ਡਿਸਪੋਜ਼ਲ ਹੈ ਉਸ ਸਟਬਲ ਦਾ ਉਹ ਕਾਸਟ ਕਾਸਟਲੀ ਹੈ, ਇੰਟੈਂਸਿਵ ਹੈ। ਉਹਦੇ ਵਿੱਚ ਤੁਸੀਂ ਮੁੱਦਾ ਹੈ ਵੀ ਤੁਸੀਂ ਆਪਣੀ ਜਿਹੜੀ ਸਟਬਲ ਬਚ ਗਈ ਹੈ ਉਹਨੂੰ ਤੁਸੀਂ ਵਾਹ ਕੇ ਤੇ ਉਹਨੂੰ ਤੁਸੀਂ ਕਿਤੇ ਨਾ ਕਿਤੇ ਡਿਸਪੋਜ਼ ਆਫ ਕਰਨਾ। ਹੁਣ ਉਹ ਜਿਹੜਾ ਪ੍ਰੋਸੈਸ ਕਾਸਟਲੀ ਹੈ, ਆਲਰੇਡੀ ਖੇਤੀਬਾੜੀ ਦੇ ਵਿੱਚ ਉਸ ਤਰੀਕੇ ਦਾ ਮੁਨਾਫਾ ਨਹੀਂ ਰਿਹਾ, ਕਿਉਂਕਿ ਪਹਿਲਾਂ ਤਾਂ ਜਿਹੜੀਆਂ MSP ਹੈਗੀ ਹੈ, ਮਿਨੀਮਮ ਸਪੋਰਟ ਪ੍ਰਾਈਸ ਉਨੀ ਨਹੀਂ ਮਿਲ ਰਹੀ। ਜਿਸ ਲੈਵਲ ਦੇ ਉੱਤੇ ਇੱਕ ਫਾਰਮੂਲਾ ਸੀ C+50% ਵਾਲਾ, ਸਵਾਮੀਨਾਥਨ ਫਾਰਮੂਲਾ ਜਿਸ ਨੂੰ ਕਿਹਾ ਜਾਂਦਾ, ਉਹ ਲਾਗੂ ਨਹੀਂ ਹੋ ਪਾਇਆ। ਸੋ ਕਿਸਾਨਾਂ ਦਾ ਮੁਨਾਫਾ ਤਾਂ ਆਲਰੇਡੀ ਫਸਲਾਂ ਦੇ ਵਿੱਚ ਆ ਹੀ ਨਹੀਂ ਰਿਹਾ। ਸੋ ਕਿਸਾਨ ਇਹ ਕਹਿੰਦਾ ਕਿ ਅਸੀਂ ਜੇ ਇਹਦੀ ਡਿਸਪੋਜ਼ਲ ਦੇ ਜਿਹੜੇ ਢੰਗ ਤਰੀਕੇ ਨੇ, ਮਹਿੰਗੇ ਤਰੀਕੇ ਨੇ, ਸਰਕਾਰ ਨੇ ਕੋਸ਼ਿਸ਼ਾਂ ਬਹੁਤ ਕੀਤੀਆਂ। ਖੇਤੀਬਾੜੀ ਯੂਨੀਵਰਸਿਟੀ, ਪੰਜਾਬ ਗਵਰਨਮੈਂਟ ਵੱਲੋਂ ਅਜਿਹੀਆਂ ਮਸ਼ੀਨਾਂ, ਅਜਿਹੇ ਉਪਕਰਨ, ਈਵਨ ਹਰਿਆਣਾ ਦੇ ਵਿੱਚ ਇਹ ਸੇਮ ਤਰੀਕੇ ਦੀ ਸਮੱਸਿਆ ਹੈ। ਸੋ ਬਹੁਤ ਕੋਸ਼ਿਸ਼ਾਂ ਕੀਤੀਆਂ ਗਈਆਂ ਕਿ ਤੁਸੀਂ ਟੈਕਨੀਕਲ ਤਰੀਕੇ ਦੇ ਨਾਲ, ਔਜ਼ਾਰਾਂ ਦੇ ਜ਼ਰੀਏ, ਟੂਲਸ ਦੇ ਨਾਲ ਕੋਈ ਨਾ ਕੋਈ ਹੱਲ ਦਿਓ, ਲੇਕਿਨ ਹੱਲ ਨਿਕਲ ਨਹੀਂ ਪਾਇਆ। ਮਸ਼ੀਨਾਂ ਵੀ ਅਜਿਹੀਆਂ ਆਈਆਂ, ਲੇਕਿਨ
ਮੋਟੀ ਗੱਲ ਹੈ ਕਿ ਉਹਦਾ ਜਿਹੜੀ ਕਾਸਟ ਫੈਕਟਰ ਹੈ ਉਹ ਵਾਰਾ ਨਹੀਂ ਖਾਂਦਾ ਕਿਸਾਨ ਨੂੰ। ਇਹੀ ਕਾਰਨ ਹੈ ਕਿ ਕਿਸਾਨ ਨੂੰ ਸਾੜਨਾ ਪੈਂਦਾ। ਹਾਲਾਂਕਿ ਪਿਛਲੇ ਕੁਝ ਸਾਲਾਂ 'ਚ ਅਵੇਅਰਨੈਸ ਵੀ ਬਹੁਤ ਆਈ ਹੈ, ਸਰਕਾਰ ਨੇ ਪ੍ਰੋਪਰ ਪ੍ਰੋਗਰਾਮ ਸ਼ੁਰੂ ਹੋ ਜਾਂਦੇ ਨੇ, ਪਬਲਿਸਿਟੀ ਸ਼ੁਰੂ ਹੋ ਜਾਂਦੀ ਹੈ, ਕਿਸਾਨਾਂ ਨੂੰ ਥੋੜ੍ਹਾ ਜਿਹਾ ਮੋਟੀਵੇਟ ਕਰਨ ਦੀ ਗੱਲ ਹੁੰਦੀ ਹੈ ਵਾਤਾਵਰਣ ਦੇ ਨਾਲ। ਤੁਸੀਂ ਉਹਨਾਂ ਨੂੰ ਜੇ ਉਹਨਾਂ ਦੇ ਅੰਦਰ ਦੇ ਜਿਹਨੂੰ ਕਹਿੰਦੇ ਨਾ ਜ਼ਮੀਰ ਨੂੰ ਜਗਾਉਣ ਦੀ ਗੱਲ ਹੁੰਦੀ ਹੈ ਕਿ ਤੁਸੀਂ ਵਾਤਾਵਰਣ ਖਰਾਬ ਨਾ ਕਰੋ, ਕਿਉਂਕਿ ਪ੍ਰਦੂਸ਼ਣ ਦਾ ਵਾਤਾਵਰਣ ਦਾ ਕਿਸੇ ਸਟੇਟ ਦਾ ਨਹੀਂ ਹੈ। ਇਹ ਤਾਂ ਜੋਗਰਾਫੀ ਦੇ ਵਿੱਚ ਆਪਾਂ ਪੰਜਾਬ, ਹਰਿਆਣਾ, ਚੰਡੀਗੜ੍ਹ ਕੋ ਪਹਿਲਾਂ ਦਿੱਲੀ ਤੱਕ ਇੱਕ ਹੀ ਹੁੰਦਾ ਸੀ। ਪੰਜਾਬ ਦੀ ਜਿਹੜੀ ਹੱਦ ਸੀ ਬੇਸਿਕਲੀ, ਜਿਹੜਾ ਲਾਰਜਰ ਪੰਜਾਬ ਸੀ, ਉਹ ਤਾਂ ਗੁੜਗਾਉਂ ਤੱਕ ਸੀ, ਫਰੀਦਾਬਾਦ ਦਿੱਲੀ ਤੱਕ ਸੀ। ਸੋ ਇਹ ਤਾਂ ਰਾਜਨੀਤਿਕ ਤਰੀਕੇ ਹੈਗੇ ਨੇ। ਜਦ ਤੱਕ ਸਰਕਾਰ ਨਹੀਂ ਸੀ ਪੰਜਾਬ ਦੇ ਵਿੱਚ, ਤਦ ਤੱਕ ਤਾਂ ਇੱਕ ਦੂਸਰੇ ਤੇ ਠੀਕਰਾ ਭੰਨੀ ਜਾਂਦੇ ਸੀ। ਹੁਣ ਪਿਛਲੇ ਸਾਲ ਅਰਵਿੰਦ ਕੇਜਰੀਵਾਲ ਨੇ ਬਿਆਨ ਦਿੱਤਾ ਕਿ ਨਹੀਂ, ਅਗਲੇ ਸਾਲ ਤੋਂ ਦੇਖੋ ਫਰਕ ਪਏਗਾ। ਹੁਣ ਇਸ ਸਾਲ ਫਰਕ ਨਹੀਂ ਪਿਆ, ਉਲਟਾ ਵਾਧਾ ਹੋ ਗਿਆ। ਸੋ ਇਹਦੇ 'ਚ ਸਰਕਾਰਾਂ ਤਾਂ ਗੱਲਾਂ ਮਾਰਨ ਨੂੰ ਨੇ ਨਾ, ਇਹ ਤਾਂ ਸਿਰਫ ਕਿਉਂਕਿ ਇਹ ਜਿਹੜੇ ਚੀਜ਼ਾਂ ਕਰਨੀਆਂ ਹੈਗੀਆਂ ਨੇ ਵਾਤਾਵਰਣ ਦੇ ਪ੍ਰਤੀ, ਤੁਸੀਂ ਕਿਸਾਨਾਂ ਨੂੰ ਜਾਗਰੂਕ ਵੀ ਕਰਨਾ ਹੈ, ਲੇਕਿਨ ਉਹਨਾਂ ਦੀ ਜਿਹੜੀ ਇਕੋਨੋਮੀ ਹੈ, ਜਦ ਤੱਕ ਤੁਸੀਂ ਉਸ ਵਾਈਟਲ ਇਸ਼ੂ ਨੂੰ ਐਡਰੈਸ ਨਹੀਂ ਕਰੋਗੇ, ਕਿਉਂਕਿ ਫਾਈਨਲੀ ਚੀਜ਼ ਜਾ ਕੇ ਤੁਹਾਡੇ ਅਰਥਚਾਰੇ 'ਤੇ ਰੁਕ ਜਾਂਦੀ ਹੈ। ਜੇ ਤੁਹਾਨੂੰ ਚੀਜ਼ ਉਸ ਫਸਲ ਦੇ ਜਿਹੜੀ ਸਟਬਲ ਹੈਗੀ ਹੈ, ਜਿਹੜਾ ਉਹਦਾ ਕਟਿਆ ਹੋਇਆ ਹਿੱਸਾ ਹੈ, ਜਿਹੜਾ ਵੇਸਟ ਉਹਦਾ ਪ੍ਰੋਡਕਟ ਹੈ, ਉਸ ਨੂੰ ਜੇ ਤੁਹਾਡੇ ਕੋਲ ਡਿਸਪੋਜ਼ ਕਰਨ ਲਈ ਸਾਧਨ ਨਹੀਂ ਹੈਗੇ, ਜਾਂ ਜੇ ਤੁਹਾਨੂੰ ਉਸ ਦੇ ਉੱਤੇ ਹੀ ਖਰਚਾ ਕਰਨਾ ਪੈ ਗਿਆ, ਉਹ ਵੀ ਤੁਹਾਡੀ ਪ੍ਰੋਡਕਸ਼ਨ ਕਾਸਟ ਦੇ ਵਿੱਚ ਜੁੜ ਗਿਆ। ਹੁਣ ਜਾਂ ਤਾਂ ਤੁਸੀਂ ਸਟਬਲ ਬਰਨਿੰਗ ਦੀ ਕਾਸਟ ਨੂੰ ਤੁਸੀਂ MSP ਦੇ ਵਿੱਚ ਕੰਪੋਨੈਂਟ ਨੂੰ ਫੈਕਟਰ ਇਨ ਕਰੋ ਅਤੇ ਕਿਸਾਨਾਂ ਨੂੰ ਕਹੋ ਕਿ ਵੀ ਅਸੀਂ ਤੁਹਾਡੀ MSP ਵਧਾ ਦਿੰਦੇ ਹਾਂ, ਠੀਕ ਹੈ ਨਾ। ਉਹ MSP ਤੁਸੀਂ ਵਧਾ ਨਹੀਂ ਪਾਏ ਹੋ, ਉਹ ਜਿਸ ਲੈਵਲ 'ਤੇ ਵਧਣੀ ਚਾਹੀਦੀ ਸੀਗੀ। ਫਾਰਮੂਲਾ ਤਾਂ MS ਸਵਾਮੀਨਾਥਨ ਹੋਰਾਂ ਨੇ ਦਿੱਤਾ ਸੀ ਵਾਲਾ, ਉਹ ਚੀਜ਼ ਇੰਨੇ ਸਾਲਾਂ ਤੋਂ ਲਟਕੀ ਰਹੀ। ਹੁਣ ਤਾਂ ਸਵਾਮੀਨਾਥਨ ਜੀ ਦੀ ਵੀ ਹੀ ਪਾਸਡ ਅਵੇ ਲਾਸਟ ਫਿਊ ਵੀਕਸ ਬੈਕ। ਸੋ ਵਾਰਾ ਨਹੀਂ ਖਾਂਦਾ, ਠੀਕ ਹੈ। ਬਾਕੀ ਜਿਹੜੇ ਕਿਸਾਨ ਮੋਟੀਵੇਟਡ ਨੇ ਉਹ ਕਰ ਰਹੇ ਨੇ, ਐਸੀ ਗੱਲ ਨਹੀਂ ਹੈ। ਇਹਦੇ 'ਚ ਫਰਕ ਬੜਾ ਪਿਆ, ਲੋਕਾਂ ਨੂੰ ਮੋਟੀਵੇਟ ਕਰਕੇ ਲੋਕਾਂ ਨੂੰ ਪੈਨਲਟੀਜ਼ ਲਾਈਆਂ ਜਾ ਰਹੀਆਂ ਨੇ ਪੰਜਾਬ ਦੇ ਵਿੱਚ। ਐਸਾ ਨਹੀਂ ਹੈ ਕਿ ਪੰਜਾਬ ਨੂੰ ਤੁਸੀਂ ਕਹੋ ਜੀ ਕਿਸਾਨ ਜਾਂ ਪੰਜਾਬ ਸਰਕਾਰ, ਤੇ ਇਹਨਾਂ ਨੇ ਆਪਣੇ ਵੱਲੋਂ ਪੈਨਲਾਈਜ਼ ਕੀਤਾ ਹੈ, ਉਹ ਹਰ ਤਰੀਕੇ ਅਪਣਾਏ ਜਾ ਰਹੇ ਨੇ। ਲੇਕਿਨ ਐਟ ਦ ਐਂਡ ਆਫ ਦਾ ਡੇ ਇੱਕ ਅਜਿਹਾ ਵਰਗ ਹੈ ਕਿਸਾਨਾਂ ਦਾ ਜੋ ਕਿ ਜਿਸਦੇ ਕੋਲ ਹੋਰ ਕੋਈ ਤਰੀਕਾ ਨਹੀਂ, ਐਂਡ ਉਹ ਮੋਰ ਕਨੈਕਟਿਡ ਵਿਦ ਦ ਪ੍ਰੋਫਿਟੇਬਿਲਿਟੀ, ਨਾਟ ਪ੍ਰੋਫਿਟੇਬਿਲਿਟੀ ਪਰ ਸੇ ਕਿ ਉਹਨਾਂ ਨੂੰ ਕੋਈ ਪ੍ਰੋਫਿਟ ਮੁਨਾਫਾ ਹੋ ਰਿਹਾ ਹੈ, ਬਲਕਿ ਉਹਨਾਂ ਦੀ ਤਾਂ ਜਿਹਨੂੰ ਕਹਿ ਸਕਦੇ ਕਿ ਗੁਜ਼ਰ ਬਸਰ ਦਾ ਕ੍ਰਾਈਸਿਸ ਹੈ ਕਿਸਾਨੀ ਦਾ। ਜਾਂ ਜਿਹੜਾ ਐਗਰੇਰੀਅਨ ਇਸ ਵਕਤ ਇਕੋਨਮੀ ਹੈ, ਉਹ ਸਟ੍ਰੈਸ ਦੇ ਵਿੱਚ ਹੈ, ਹਮੇਸ਼ਾ ਤੋਂ ਡਿਸਟ੍ਰੈਸ ਦੇ ਵਿੱਚ ਰਹੀ ਹੈ। ਸੋ ਉਹਨਾਂ ਲਈ ਪ੍ਰੋਫਿਟ ਨਹੀਂ ਹੈ, ਬਲਕਿ ਉਹਨਾਂ ਲਈ ਆਪਣੀ ਜ਼ਿੰਦਗੀ ਨੂੰ ਜੀਣ ਦਾ, ਆਪਣੇ ਸੰਸਾਧਨਾਂ ਨੂੰ ਪ੍ਰੀਜ਼ਰਵ ਕਰਨ ਦਾ ਇੱਕ ਰੀਜ਼ਨ ਹੈ। ਸੋ ਵੀ ਹੋਪ ਕਿ ਵਿਦ ਦ ਪੈਸੇਜ ਆਫ ਟਾਈਮ, ਐਜੂਕੇਸ਼ਨ ਦੇ ਨਾਲ, ਮੋਟੀਵੇਸ਼ਨ ਦੇ ਨਾਲ ਇਹ ਚੀਜ਼ਾਂ ਹੋਣੀਆਂ ਨੇ। ਸਿਆਸੀ ਬਿਆਨ ਛੱਡ ਕੇ ਤਾਂ ਹੋਣੇ ਨਹੀਂ, ਜਾਂ ਫਿਰ ਸਰਕਾਰ ਆਲਟਰਨੇਟ ਦੇਵੇ। ਉਸ ਕਾਸਟ ਨੂੰ ਬੇਸਿਕਲੀ ਫੈਕਟਰ ਇਨ ਕਰੋ ਤੁਸੀਂ, ਜਦ ਤੱਕ ਉਹ ਭਰਪਾਈ ਨਹੀਂ ਕਰਦੇ ਕਿਸਾਨ ਦੀ, ਕਿਉਂਕਿ ਤੁਸੀਂ ਕੋਈ ਅਜਿਹਾ ਤਰੀਕਾ ਨਹੀਂ ਕਿਸਾਨ ਨੂੰ ਦੇ ਪਾਏ ਹੋ ਕਿ ਪਰਾਲੀ ਨੂੰ ਡਿਸਪੋਜ਼ ਆਫ ਕਰਨ ਲਈ ਤੁਸੀਂ ਉਹਨੂੰ ਬਹੁਤ ਵਧੀਆ ਕੋਈ ਸਾਇੰਟੀਫਿਕ ਤਰੀਕਾ ਦੇ ਦਿੱਤਾ ਹੋਵੇ ਜੋ ਕਿ ਕਾਸਟ ਇਫੈਕਟਿਵ ਵੀ ਹੋਵੇ, ਅਤੇ ਇਹੋ ਜਿਹੇ ਪਲਾਂਟ ਲਾਤੇ ਹੋਣ ਜਿੱਥੋਂ ਖੁਦ ਸਰਕਾਰਾਂ ਕਲੈਕਸ਼ਨ ਕਰਾਉਣ। ਆਈਡਲੀ ਤਾਂ ਇਹ ਵੀ ਹੋ ਸਕਦਾ ਸੀਗਾ ਨਾ, ਜੇ ਸਰਕਾਰ ਨੇ ਇੰਨੀ ਇੰਟਰਵੈਂਸ਼ਨ, ਜੇ ਸਾਨੂੰ ਵਾਤਾਵਰਣ ਦੇ ਪ੍ਰਤੀ ਐਡੀ ਜ਼ਿਆਦਾ ਹੈਗੀ ਹੈ, ਲੇਕਿਨ ਰਕਬਾ ਬਹੁਤ ਜ਼ਿਆਦਾ ਹੈ, ਪੂਰੇ ਪੰਜਾਬ ਦੇ ਵਿੱਚ ਝੋਨੇ ਦੀ ਫਸਲ ਹੋ ਰਹੀ ਹੈ। ਸੋ ਉਸ ਨੂੰ ਇੱਕ ਬੜੇ ਮੈਸਿਵ ਲੈਵਲ ਦੀ ਜੇ ਸਰਕਾਰ ਨੇ ਕਹਿਣਾ ਕਿ ਅਸੀਂ ਤੁਹਾਡੇ ਖੇਤਾਂ ਨੂੰ ਸਾਫ਼ ਕਰਦੇ ਹਾਂ ਕਿਸਾਨਾਂ ਦੇ, ਉਹ ਤਾਂ ਆਪਣੇ ਆਪ 'ਚ ਇੱਕ ਬੜੀ ਵੱਡੀ ਐਕਸਰਸਾਈਜ਼ ਹੈ। ਉਹਦੇ ਉੱਤੇ ਬਜਟ ਚਾਹੀਦਾ ਅਤੇ ਕਰਨਾ ਚਾਹੀਦਾ ਜੇ ਵਾਤਾਵਰਣ ਦੇ ਪ੍ਰਤੀ ਤੁਹਾਡਾ ਪ੍ਰੇਮ ਹੈ। ਉਂਝ ਵੀ ਤਾਂ ਰੇਤੇ ਦੀ ਮਾਈਨਿੰਗ ਦੇ ਵਿੱਚੋਂ ਤੁਸੀਂ ਇੰਨਾ ਕੁਝ ਕੁਦਰਤੀ ਸੰਸਾਧਨਾਂ ਦੀ ਲੁੱਟ ਹੋ ਹੀ ਰਹੀ ਹੈ ਨਾ। ਸੋ ਉੱਥੇ ਕਿਹੜਾ ਕੋਈ ਰਾਹਤ ਮਿਲਦੀ ਪਈ ਹੈ। ਸੋ ਗਵਰਨਮੈਂਟ ਸ਼ੁੱਡ ਸਪੈਂਡ ਐਂਡ ਕਿਸਾਨਾਂ ਨੂੰ ਇੱਕ ਸੋल्यूशन ਵਾਇਬਲ ਦਿਓ, ਤਾਂ ਜਾ ਕੇ ਇਹਦਾ ਮਸਲੇ ਦਾ ਹੱਲ होना है। जैसे कैप्टन अमरिंदर सिंह की सरकार ने भी सब्सिडीज़ दिए थे, जो इक्विपमेंट पे इन्वेस्ट भी किया था। कहा गया था किसानों को कि भाई ऐसा होना चाहिए कि भाई हम आपसे जो है ये रेसिड्यू हम ख़रीद लेंगे, आप जो है एक जाके वहाँ पे दे सकते हैं, उसके बदले में आपको पैसे मिलेंगे या कोई भी जो है राहत आपको मिलेगी उस हिसाब से। लेकिन इतना स्प्रेड नहीं हो पाया है। जैसे आपने प्रोसिक्यूशंस की बात की, प्रोसिक्यूशंस भी हुए हैं इस बार भी, बहुत सारे किसानों के ख़िलाफ़ जो हैं केसेस दर्ज हुए हैं या फिर उनको पीनलाइज़ किया जा रहा है दूसरे तरीक़ों से। ट्रिब्यून के एक रिपोर्ट में एक बहुत ही दिलचस्प एक मुझे लाइन मिला जिसमें उन्होंने कहा है कि भाई कुछ किसानों ने जो है बदला लेने के लिए भी जो है कुछ क्रॉप फायर्स किए हैं, क्योंकि उनको लगा कि क्योंकि आपने दशहरा पे जो है रावण की मूर्तियां जलाई गई, उस पर आपने कोई रोक नहीं लगाई, लेकिन हम लोगों के ख़िलाफ़ आप लोग जो है कार्रवाई करते हैं, इसीलिए बदले में उन्होंने ये कर दिया। ऐसा एक लाइन उसमें लिखा हुआ था, वो बड़ा मुझे इंटरेस्टिंग लगा। हो सकता है ये भी एक फैक्टर हो, लेकिन ये कोई लार्जर फैक्टर बन नहीं सकता। ਨਹੀਂ ਜੇ ਸਿੰਬੋਲਿਕ ਵੈਸੇ ਐਸੀ ਕੋਈ ਗੱਲ ਨਹੀਂ ਹੁੰਦੀ ਕਿ ਪਰਾਲੀ ਸਾੜਨ ਦੇ ਆਪਣੇ ਕਾਰਨ ਹੈ। ਕੋਈ ਜਾਣਬੁੱਝ ਕੇ ਕਿਸਾਨ ਵੀ ਨਹੀਂ ਚਾਹੁੰਦੇ, ਸੱਚੀ ਦੱਸੀਏ, ਉਹ ਖੁਦ ਨਹੀਂ ਚਾਹੁੰਦੇ ਆਪਣੀ ਖੇਤਾਂ ਨੂੰ ਅੱਗ ਲੱਗਦਾ ਦੇਖਣਾ, ਕੋਈ ਨਹੀਂ ਚਾਹੁੰਦਾ ਹੁੰਦਾ। ਵਾਤਾਵਰਣ ਦੇ ਦਾ ਪ੍ਰਦੂਸ਼ਣ ਨੋਬਡੀ ਵਾਂਟਸ ਇਟ, ਬਟ ਇਹ ਮਜਬੂਰੀ ਹੈ जी। जो पंजाब पोल्यूशन कंट्रोल अथॉरिटी है उनके मुताबिक कुछ ऐसे 12 डिस्ट्रिक्ट्स हैं जहां पर ये मसला बहुत ही संगीन है कि वहाँ पे बहुत ज़्यादा हो रहा है। उसी वजह से जो है जो डेली एवरेज है 360
क्रॉप फायर्स का वो इसी वजह से बढ़ रहा है, उन 12 डिस्ट्रिक्ट्स की वजह से। दिल्ली में इसका जो है, जैसा आप कह रहे थे कि विद टाइम शायद लोगों में बदलाव आ जाए, लेकिन दिल्ली के पास इतना टाइम नहीं है क्योंकि ऑलरेडी दुनिया का सबसे ज़्यादा शायद पोल्यूटेड शहर है दिल्ली, बीजिंग के साथ, या कभी कभी उसके बाद ही आता है नाम दिल्ली का। तो एयर पोल्यूशन कुछ इस तरह से बढ़ गया है। एक रिपोर्ट ये भी आया था कि दिल्ली में जो बच्चे पैदा हुआ है, और ये अभी की बात नहीं है, अभी मेरे ख्याल से 7-8 साल पहले एक रिपोर्ट आया था कि 12 साल की एज तक जो बच्चे हैं दिल्ली में, तकरीबन 50% बच्चों के लंग्स कॉम्प्रोमाइज्ड हैं दिल्ली में रहने की वजह से। और ये एयर पोल्यूशन का एक बहुत बड़ा फैक्टर ये है, कम से कम गवर्नमेंट्स की तरफ से यही दिया गया है कि पंजाब में। ਇੱਥੇ ਮੈਂ ਤੁਹਾਨੂੰ ਥੋੜਾ ਕਰੈਕਟ ਕਰਾਂਗਾ ਕਿਉਂਕਿ ਇਹ ਗੱਲ ਤਾਂ ਠੀਕ ਹੈ, ਗਵਰਨਮੈਂਟ ਜੋ ਦਿੰਦੀ ਹੈ ਲਾਈਨ ਉਹ ਆਪਣੀ ਜਗ੍ਹਾ ਉਹਦੇ 'ਚ ਵੀ ਆਪਾਂ ਇਹ ਨਹੀਂ ਕਹਿ ਸਕਦੇ ਵੀ ਬਿਲਕੁਲ ਹੀ ਗੱਲ ਗਲਤ ਹੈ, ਲੇਕਿਨ ਇਹ ਨੈਰੇਟਿਵਸ ਨੇ। ਤੁਸੀਂ ਦਿੱਲੀ ਦੇ ਵਿੱਚ ਡੈਂਸਿਟੀ ਆਫ ਪਾਪੂਲੇਸ਼ਨ ਦੇਖੋ, ਦਿੱਲੀ ਦੇ ਵਿੱਚ ਤੁਸੀਂ ਜਿਹੜੇ ਤੁਹਾਡੇ ਵਹੀਕਲ ਚੱਲਦੇ ਨੇ ਉਹਨਾਂ ਨੂੰ ਵੇਖੋ, ਹੈ ਨਾ, ਉਹਨਾਂ ਦੀ ਜਿਹੜੀ ਉਹਨਾਂ ਦੇ ਜ਼ਰੀਏ ਜਿਹੜੇ ਐਮਿਸ਼ਨਸ ਹੋ ਰਹੇ ਨੇ ਉਹਦੇ ਉੱਤੇ ਧਿਆਨ ਦਿੱਤਾ ਜਾਏ। ਇੰਡਸਟਰੀਅਲ ਪੋਲਿਊਟੈਂਟਸ ਦੇ ਉੱਤੇ ਦੇਖੋ, ਜਿਹੜਾ ਯਮੁਨਾ ਨੂੰ ਗੰਦਾ ਕੀਤਾ ਜਾ ਰਿਹਾ ਹੈਗਾ, ਉਹਦਾ ਵੀ ਹਜੇ ਤੱਕ ਕੋਈ ਸਿਸਟਮ ਇਲਾਜ ਤਾਂ ਲੱਭ ਨਹੀਂ ਪਾਏ ਹੈਗੇ ਨੇ, ਉਹ ਵੀ ਚੀਜ਼ਾਂ ਹੈਗੀਆਂ ਨੇ, ਪੋਲਿਊਸ਼ਨਸ ਹੋ ਰਹੇ ਨੇ। ਸੋ ਤਮਾਮ ਕਿਸਮ ਦਾ ਪੋਲਿਊਸ਼ਨ ਦਿੱਲੀ ਦੇ ਵਿੱਚ ਹੈ। ਅਤੇ ਆਹ ਜਿਹੜਾ ਇੱਕ ਸੀਜ਼ਨਲ ਜਿਹਾ ਫੇਜ਼ ਹੁੰਦਾ, ਅਕਤੂਬਰ ਦਾ ਮਹੀਨਾ ਆਉਂਦਾ ਹੈ, ਉਧਰ ਝੋਨੇ ਦੀ ਫਸਲ ਕੱਟੀ ਜਾਂਦੀ ਹੈ, ਪਰਾਲੀ ਸਾੜੀ ਜਾਂਦੀ ਹੈ, ਉਹ ਇੱਕ ਥੋੜ੍ਹਾ ਜਿਹਾ ਸਮਾਂ ਹੈ ਜਿਸ ਦੌਰਾਨ ਇਹ ਪ੍ਰੋਬਲਮਸ ਉੱਥੇ ਆਉਂਦੀਆਂ ਨੇ। ਹੁਣ ਇਹ ਨਹੀਂ ਕਿਹਾ ਜਾ ਸਕਦਾ ਕਿ ਇਹ ਬਹੁਤ ਛੋਟਾ ਜਿਹਾ ਸਮਾਂ, ਇਸ ਨੂੰ ਇਗਨੋਰ ਕਰ ਦੇਣਾ ਚਾਹੀਦਾ, ਇਟ ਹੈਜ਼ ਟੂ ਬੀ ਡੈਲਟ ਵਿਦ। ਲੇਕਿਨ ਦਿੱਲੀ ਦੀ ਇੱਕ ਆਪਣਾ ਇੱਕ ਜਿਹੜਾ ਸਿਸਟਮ ਹੈ, ਇੱਕ ਉਹਦਾ ਆਪਣਾ ਜਿਹਨੂੰ ਕਹਿ ਸਕਦੇ ਇੱਕ ਐਟਮੋਸਫੇਰਿਕ ਬਲੈਂਕਟ ਬਣ ਜਾਂਦਾ ਹੈ। ਹੁਣ ਇਹ ਪ੍ਰੋਬਲਮ ਹਰਿਆਣੇ ਦੇ ਵਿੱਚ ਜਾਂ ਦਿੱਲੀ ਪੰਜਾਬ ਦੇ ਵਿੱਚ ਇਸ ਵਾਸਤੇ ਨਹੀਂ ਹੈ ਕਿਉਂਕਿ ਬਿਕੋਜ਼ ਆਫ ਦਾ ਡੈਂਸਿਟੀ ਆਫ ਪਾਪੂਲੇਸ਼ਨ, ਬਹੁਤ ਘੱਟ ਇਲਾਕੇ ਦੇ ਵਿੱਚ ਉਹ ਸੰਘਣੀ ਆਬਾਦੀ ਜਿਹਨੂੰ ਕਹਿੰਦੇ, ਉਹਦੀ ਵਸੋਂ ਦਿੱਲੀ ਦੇ ਵਿੱਚ ਹੋਣਾ, ਉਹਦੇ ਨਾਲ ਹੋਰ ਜਿਹੜੇ ਫੈਕਟਰਸ ਨੇ, ਵਹੀਕੂਲਰ ਪੋਲਿਊਸ਼ਨ ਹੈ, ਹੋਰ 15 ਕਿਸਮ ਦੇ ਹੋਰ ਦਿੱਲੀ 'ਚ ਪੋਲਿਊਸ਼ਨ ਹੈ, ਇਕੱਲਾ ਇਹ ਨਹੀਂ ਹੈ। ਉਹ ਤਾਂ ਜਦੋਂ ਇਹ ਵਾਲਾ ਪੋਲਿਊਸ਼ਨ ਆ ਕੇ ਉਹਦੇ ਵਿੱਚ ਮਰਜ ਕਰਦਾ ਹੈ ਤਾਂ ਦਿੱਲੀ ਦਾ ਜਿਹੜੀ ਕਹਿੰਦਾ ਕਿ ਡਾਰਕ ਅੰਡਰ ਵੈਲੀ ਜਿਸ ਨੂੰ ਕਿਹਾ ਜਾਂਦਾ, ਉਹ ਐਕਸਪੋਜ਼ ਹੋ ਜਾਂਦੀ ਹੈ। ਉਸ ਦੇ ਵਿੱਚ ਫਿਰ ਸਾਰਾ ਦਾ ਸਾਰਾ ਤੁਸੀਂ ਠੀਕਰਾ ਕਿਸਾਨਾਂ ਦੇ ਉੱਤੇ, ਹਰਿਆਣੇ ਦੇ ਪੰਜਾਬ ਦੇ ਕਿਸਾਨਾਂ ਦੇ ਉੱਤੇ ਪਾਉਣਾ ਸ਼ੁਰੂ ਕਰੋ। ਜਿੱਥੇ ਇੱਥੇ ਅੱਗਾਂ ਲੱਗ ਰਹੀਆਂ ਨੇ ਕਿਸਾਨਾਂ ਦੇ ਆਪਣੇ ਖੇਤਾਂ ਦੇ ਵਿੱਚ, ਇਹ ਧੂੰਆਂ ਉੱਡ ਕੇ ਜਿਹੜਾ ਜਾਂਦਾ ਕਿ ਇਹ ਧੂੰਆਂ ਪੰਜਾਬ ਤੇ ਹਰਿਆਣਾ ਦੇ ਬੱਚਿਆਂ ਨੂੰ ਨਹੀਂ ਡਿਸੇਬਲ ਕਰਦਾ ਹੋਏਗਾ, ਜਾਂ ਉਹਨਾਂ ਲਈ ਤਾਂ ਦਿੱਕਤ ਹੈਗੀ ਨਾ, ਦਿੱਕਤ ਤਾਂ ਸਭ ਲਈ ਹੈ। ਲੇਕਿਨ ਦਿੱਲੀ ਦੇ ਵਿੱਚ ਜਾ ਕੇ ਉਹ ਜਿਹੜੀ ਪ੍ਰੋਬਲਮ ਹੈ ਉਸਨੂੰ ਇੱਕ ਤਾਂ ਉਹ ਥੋੜ੍ਹੀ ਜਿਹੀ ਵੱਧ ਜਾਂਦੀ ਹੈ ਕਿਉਂਕਿ ਉਹ ਆਲਰੇਡੀ ਉਹਦਾ ਜਿਹੜਾ ਐਟਮੋਸਫੇਰਿਕ ਬਲੈਂਕਟ ਹੈ ਉੱਥੇ ਜਾ ਕੇ ਚੀਜ਼ਾਂ ਚੋਕ ਹੋ ਜਾਂਦੀਆਂ ਨੇ। ਅਤੇ ਕਈ ਵਾਰ ਤਾਂ 7-8 ਦਿਨ ਅਜਿਹੇ ਹੁੰਦੇ ਨੇ ਜਦੋਂ ਕਿ ਐਂ ਲੱਗਦਾ ਵੀ ਪੂਰਾ ਦਿਨ ਦੀ ਰਾਤ ਹੋ ਗਈ। ਤੁਸੀਂ ਖੁਦ ਵੀ ਆਮ ਸ਼ੋਰ ਦੇਖਿਆ ਹੋਏਗਾ ਦਿੱਲੀ ਦੇ ਵਿੱਚ ਕੀ ਹਾਲਾਤ ਰਹੇ ਨੇ। ਸੋ ਉਹ ਇੱਕ ਪਰਟੀਕੂਲਰ ਫਿਨੋਮੀਨਨ ਹੈ। ਐਂਡ ਕਿਉਂਕਿ ਦਿੱਲੀ ਦੇ ਵਿੱਚ ਸਾਰਾ ਸਾਡੇ ਸੀਟ ਆਫ ਪਾਵਰ ਹੈ, ਅਥਾਰਟੀ, ਮੰਤਰੀ ਸੰਤਰੀ ਵਿਧਾਇਕ ਬੈਠੇ ਨੇ, ਮੀਡੀਆ ਸਾਰਾ ਬੈਠਾ ਹੈ। ਸੋ ਇਹ ਪ੍ਰੋਬਲਮ ਨੂੰ ਮੈਗਨੀਫਾਈ ਕਰਕੇ ਵਾਧੂ ਦੇਖਿਆ ਜਾਂਦਾ। ਨਹੀਂ ਤਾਂ ਦੇਸ਼ ਦੇ ਵਿੱਚ ਵਾਤਾਵਰਨ ਨਾਲ ਜੁੜੀਆਂ ਤਮਾਮ ਸਮੱਸਿਆਵਾਂ ਹੈਗੀਆਂ ਨੇ। ਮੈਂ ਨਹੀਂ ਕਹਿ ਰਿਹਾ ਕਿ ਪੰਜਾਬ ਦੇ ਕਿਸਾਨ ਜਿਹੜੇ ਹੈਗੇ ਆ, ਹਰਿਆਣੇ ਦੇ ਕਿਸਾਨ ਹੈ, ਕਿਸੇ ਵੀ ਰਾਜ ਦੇ ਕਿਸਾਨ, ਉਹਨਾਂ ਨੂੰ ਪਰਾਲੀ ਸਾੜਨ ਲਈ ਤੁਸੀਂ ਇੱਕ ਸਪੇਸ ਦੇ ਦਿਓ ਜਾਂ ਉਹਨਾਂ ਦੇ ਇਸ ਐਕਟ ਨੂੰ ਜਸਟੀਫਾਈ ਕਰੋ। ਲੇਕਿਨ ਇਹ ਚੀਜ਼ ਤਾਂ ਸ਼ੁਰੂ ਤੋਂ ਹੁੰਦੀ ਆ ਰਹੀ ਹੈ। ਤੁਸੀਂ ਚੈੱਕ ਕਰੋ ਨਾ ਕਿ ਇਹ ਜਿਹੜਾ ਪਿਛਲੇ 7-8 ਸਾਲਾਂ ਤੋਂ ਰੌਲਾ ਜ਼ਿਆਦਾ ਪੈਣਾ ਸ਼ੁਰੂ ਹੋਇਆ, ਉਸ ਤੋਂ ਪਹਿਲਾਂ ਕੀ ਹੁੰਦਾ ਸੀ ਕਿ ਪਰਾਲੀ ਨਹੀਂ ਸੜਦੀ ਸੀ। ਸੋ ਪ੍ਰੋਬਲਮ ਤਾਂ ਦਿੱਲੀ ਦੀ ਵੀ ਵਧੀ ਹੈ ਨਾ। ਦਿੱਲੀ ਨੇ ਆਪਣੇ ਆਪ ਨੂੰ ਵੀ ਜਿਸ ਲੈਵਲ ਦੇ ਉੱਤੇ ਤੁਸੀਂ ਪ੍ਰਦੂਸ਼ਣ ਦੇ ਪੁਆਇੰਟ ਆਫ ਵਿਊ ਨਾਲ, ਜੋ ਦਿੱਲੀ ਨੇ ਆਪਣੇ ਆਪ ਨੂੰ, ਹਾਲਾਂਕਿ ਇਹਨਾਂ ਨੇ ਸੁਧਾਰ ਵੀ ਬਹੁਤ ਕੀਤਾ ਹੈ, ਜਿਵੇਂ ਇਲੈਕਟ੍ਰਿਕ ਵਹੀਕਲਸ ਆ ਗਏ ਨੇ ਜਾਂ ਜਿਹੜੇ CNG ਬੇਸਡ ਵਹੀਕਲਸ ਆ ਗਏ ਨੇ, ਉਹਨਾਂ ਦੇ ਨਾਲ ਫਰਕ ਪਿਆ ਹੈ, ਨੋ ਡਾਊਟ। ਉਹਦੇ 'ਚ ਆਪਾਂ ਉਹ ਨਹੀਂ ਕਹਿ ਸਕਦੇ, ਦਿੱਲੀ ਨੇ ਆਪਣੇ ਆਪ 'ਤੇ ਵਰਕ ਬਹੁਤ ਕੀਤਾ ਹੈ। ਲੇਕਿਨ ਡਿਸਪਾਈਟ ਦੈਟ ਜਿਹੜੀ ਤੁਹਾਡੀ ਡੈਂਸਿਟੀ ਵਧੀ ਹੈ, ਤੁਹਾਡੀ ਪ੍ਰੋਬਲਮਸ ਆਪਣੀਆਂ ਨੇ। ਉਹ ਤਾਂ ਬਾਹਰੋਂ ਥੋੜ੍ਹਾ ਜਿਹਾ ਧੂੰਆਂ ਆ ਗਿਆ ਅਤੇ ਤੁਹਾਡੀ ਸਥਿਤੀ ਚੋਕ ਹੋਣ ਵਾਲੀ ਹੋ ਜਾਂਦੀ ਹੈ। ਉਸ ਵਕਤ ਸਾਰਾ ਦਾ ਸਾਰਾ ਜਿਹੜਾ ਬਲੇਮ ਹੈ ਉਹ ਤੁਸੀਂ ਕਿਸਾਨਾਂ ਦੇ ਉੱਤੇ ਪਾ ਦਿੰਦੇ ਹੋ। ਲੇਕਿਨ ਐਟ ਦ ਐਂਡ ਆਫ ਦਾ ਡੇ ਇਹ ਸਾਡੀਆਂ ਐਗਰੇਰੀਅਨ ਸਟੇਟਸ ਨੇ। ਹੁਣ ਆਪਾਂ ਇੱਥੇ ਦੇਖੋ ਨਾ, ਆਪਾਂ ਘਰ ਦੇ ਵਿੱਚ ਜਿਹੜਾ ਤੁਹਾਡਾ ਕੂੜਾ ਪਿਆ ਹੋਵੇ, ਇਹ ਜਿਹੜੀ ਪਰਾਲੀ ਹੈ ਕੂੜਾ ਹੈ ਬੇਸਿਕਲੀ, ਕੂੜੇ ਨੂੰ ਤੁਸੀਂ ਡਿਸਪੋਜ਼ ਆਫ ਕਰਨਾ ਹੈ। ਹੁਣ ਆਪਾਂ ਕੂੜੇ ਨੂੰ ਡਿਸਪੋਜ਼ ਆਫ ਕਰਨ ਦੀ ਜਿਹੜੀ ਇਕੋਨਮੀ ਹੈ, ਇਸ ਵਕਤ ਚਰਚਾ ਉਸ ਉੱਤੇ ਸੀਰੀਅਸਲੀ ਹੋਣੀ ਚਾਹੀਦੀ ਹੈ। ਇੱਥੇ ਹਾਲਤ ਇਹ ਹੈ ਕਿ ਉਹ ਜਿਹੜਾ ਘਰ ਦਾ ਕੂੜਾ, ਜਿਹੜੇ ਮੇਨ ਪ੍ਰੋਡਕਟ ਦੇ ਵਿੱਚੋਂ, ਯਾਨੀ ਕਿ ਖੇਤੀਬਾੜੀ ਦੀ ਜਿਹੜੀ ਜਿਣਸਾਂ, ਯਾਨੀ ਕਿ ਉਪਜ ਹੁੰਦੀ ਹੈ, ਉਤਪਾਦਕ ਜਿਹੜਾ ਹੈਗਾ, ਚਾਹੇ ਉਹ ਚੌਲ ਹੈ, ਚਾਹੇ ਉਹ ਕਣਕ ਹੈ, ਚਾਹੇ ਹੋਰ ਫਸਲਾਂ ਹੈਗੀਆਂ ਨੇ, ਉਹਨਾਂ ਦੀ ਜਿਹੜੀ ਮੁੱਲ ਹੈਗੇ ਨੇ, ਘੱਟੋ ਘੱਟ ਸਹਾਇਕ ਮੁੱਲ, ਮਿਨੀਮਮ ਸਪੋਰਟ ਪ੍ਰਾਈਸਿਸ, ਉਹਨਾਂ ਦਾ ਜਿਹੜਾ ਪ੍ਰੋਫਿਟ ਐਂਡ ਲਾਸ ਦਾ ਜਿਹੜਾ ਫੈਕਟਰ ਹੈ, ਵਾਇਬਿਲਿਟੀ ਐਜ਼ ਅ ਸਸਟੇਨੇਬਲ ਬਿਜ਼ਨਸ ਔਰ ਅ ਸਸਟੇਨੇਬਲ ਐਗਰੀਕਲਚਰਲ ਮਾਡਲ, ਅਜੇ ਤੱਕ ਤਾਂ ਉਸ ਉੱਤੇ ਤੁਸੀਂ ਆਪਣੀ ਕਲੈਰਿਟੀ ਨਹੀਂ ਲੈ ਪਾਏ ਹੋ। ਯੂ ਫੋਲੋਇੰਗ ਇਟ। ਆਪਾਂ ਉਹ ਚੀਜ਼ਾਂ ਨੂੰ ਤਾਂ ਸਮਝ ਨਹੀਂ ਪਾਏ। ਆਪਾਂ ਕਹਿੰਦੇ ਵੀ ਕੂੜੇ ਦੀ ਇਕੋਨਮੀ ਜਿਹਦੇ ਵਿੱਚ ਅੱਗੇ ਖਰਚਾ ਹੋਣਾ ਹੈ, ਉਹਦੇ ਲਈ ਸਾਡੇ ਕੋਲ ਕੋਈ ਫਾਰਮੂਲਾ ਹੀ ਨਹੀਂ ਹੈਗਾ। ਸੋ ਜਦੋਂ ਸਾਡੇ ਕੋਲ ਕੋਈ ਸੋਲਿਊਸ਼ਨ ਹੀ ਨਹੀਂ ਹੈਗਾ, ਵੀ ਅਸੀਂ ਸੋਲਿਊਸ਼ਨ ਕਿਸਾਨ ਨੂੰ ਦੇ ਹੀ ਨਹੀਂ ਸਕਦੇ, ਤੁਸੀਂ ਉਹਨੂੰ ਕਹਿ ਰਹੇ ਹੋ ਤੂੰ ਕੂੜਾ
ਕ੍ਰੀਏਟ ਕਰਨਾ ਬੰਦ ਕਰ, ਜਾਂ ਕੂੜੇ ਨੂੰ ਤੂੰ ਆਪਣੇ ਖਰਚੇ ਦੇ ਉੱਤੇ ਜਾ ਕੇ ਡਿਸਪੋਜ਼ ਆਫ ਕਰ। ਉਹ ਕਹਿੰਦਾ ਮੈਂ ਨਹੀਂ ਕਰਦਾ। ਕੱਲ੍ਹ ਨੂੰ ਤੁਸੀਂ ਕਹੋਗੇ ਜੀ ਫਸਲਾਂ ਬੋਣੀਆਂ ਬੰਦ ਕਰ ਦਿਓ, ਤਰੀਕਾ ਤਾਂ ਇਹ ਵੀ ਫਸਲਾਂ ਬੋਣੀਆਂ ਬੰਦ ਕਰ ਦਿਓ। ਤੇ ਦੂਸਰਾ ਫਿਰ ਇੱਕ ਹੋਰ ਆਰਗੂਮੈਂਟ आता है भी कि चौल पंजाब ਦੇ ਵਿੱਚ ਹੋਣਾ ਚਾਹੀਦਾ है, नहीं होना चाहिए। ये बहुत एक अहम सवाल है, क्योंकि ये इसको कहा जा रहा है कि सिस्टेमिक प्रॉब्लम जो है उसमें से इसको भी गिनवाया जाता है कि पंजाब ट्रेडिशनली एक राइस प्रोड्यूसिंग स्टेट नहीं था, उसको ग्रीन रेवोल्यूशन के बाद बनाया गया। बहुत बड़े पैमाने पे धान की खेती होने लगी वहाँ पर, जिससे जो है अंडरग्राउंड जो है पानी जो है उसका भी बहुत ਨਹੀਂ ਬਿਲਕੁਲ ਨੁਕਸਾਨ ਹੋਇਆ ਪੰਜਾਬ ਨੂੰ ਉਹਦਾ, ਲੇਕਿਨ ਉਹਦੇ 'ਚ ਪੰਜਾਬ ਦਾ ਕੀ ਕਸੂਰ ਸੀ? ਜਦੋਂ ਦੇਸ਼ ਨੂੰ ਅੰਨ ਦੀ ਅਨਾਜ ਦੀ ਲੋੜ ਸੀ ਉਸ ਵਕਤ ਪੰਜਾਬ ਦਾ ਕਿਸਾਨ ਖੜ ਗਿਆ। ਉਸ ਵਕਤ ਨਵੀਆਂ ਤੁਸੀਂ ਗ੍ਰੀਨ ਰੈਵੋਲੂਸ਼ਨ ਤੋਂ ਪਹਿਲਾਂ ਨਵੀਆਂ ਤੁਸੀਂ ਵੈਰਾਈਟੀਆਂ ਲੈ ਕੇ ਆਏ। ਤੁਹਾਡੇ ਰਿਸਰਚ ਐਂਡ ਜਿਹੜਾ ਤੁਹਾਡੀ ਰਿਸਰਚ ਹੋਈ ਖੇਤੀਬਾੜੀ ਦੀ, ਉਹਨੇ ਤੁਹਾਨੂੰ ਉਹ ਮਾਡਲ ਦਿੱਤਾ ਜਿਸ ਤੋਂ ਬਾਅਦ ਕਿ ਕਿਸਾਨਾਂ ਨੇ ਮਿਹਨਤ ਕੀਤੀ, ਤੁਹਾਨੂੰ ਖੁਰਾਕ ਸੁਰੱਖਿਆ ਦੇ ਪ੍ਰਤੀ ਹੋਰ ਮਜ਼ਬੂਤ ਦੇਸ਼ ਨੂੰ ਬਣਾਇਆ। ਤੇ ਉਸ ਵਕਤ ਤਾਂ ਖੁਰਾਕ ਸੁਰੱਖਿਆ ਸੀ ਕਿਉਂਕਿ ਹੋਰ ਸੂਬੇ ਨਹੀਂ ਸੀ। ਅੱਜ ਹੁਣ ਤੁਸੀਂ ਦੇਖੋ ਵੀ ਈਵਨ ਤੁਸੀਂ ਝੋਨੇ ਨੂੰ ਛੱਡੋ, ਈਵਨ ਕਣਕ ਮੱਧ ਪ੍ਰਦੇਸ਼ ਦੇ ਵਿੱਚ ਪੰਜਾਬ ਤੋਂ ਚੰਗੀ ਹੋ ਰਹੀ ਹੈ, ਬਿਕੋਜ਼ ਪੰਜਾਬ ਨੂੰ ਤਾਂ ਸਕੁਈਜ਼ ਕਰ ਲਿਆ, ਉਹਦੇ ਜਿਹੜੇ ਰਿਸੋਰਸਿਸ ਸੀ ਉਹਨਾਂ ਨੂੰ ਤਾਂ ਤੁਸੀਂ ਵਰਤ ਚੁੱਕੇ ਹੋ। ਯੂ ਹੈਵ ਐਕਚੁਅਲੀ ਲਿਟਰਲੀ ਅਬਿਊਜ਼ਡ ਪੰਜਾਬ ਫॉर द ਪਰਪਸਿਸ ਆਫ ਦਿਸ ਕੰਟਰੀ। ਦੂਸਰਾ ਉਸ ਤੋਂ ਵੱਡਾ ਇਸ਼ੂ ਹੈ ਵੀ ਤੁਹਾਡੇ ਕੋਲ ਕੋਈ ਮਾਡਲ ਹੈ। ਇਹ ਬਿਲਕੁਲ ਠੀਕ ਹੈ ਕਿ ਅੱਜ ਝੋਨਾ ਜਾਂ ਰਾਈਸ ਜਿਹੜਾ ਹੈਗਾ ਉਹ ਪੰਜਾਬ ਲਈ ਵਾਇਬਲ ਨਹੀਂ ਹੈ। ਅੰਡਰਗਰਾਊਂਡ ਵਾਟਰ, ਹੋਰ ਤਮਾਮ ਕਿਸਮ ਦੇ ਕ੍ਰਾਈਸਿਸ ਨੇ। ਈਵਨ ਜਿਹੜਾ ਕਣਕ ਹੈਗੀ ਹੈ, ਈਵਨ ਤੁਸੀਂ ਵੀਟ ਜਿਹੜਾ ਪ੍ਰੋਡਿਊਸ ਕਰਦੇ ਹੋ, ਉਹਦੀ ਤਾਂ ਲੋੜ ਹੈ। ਕੁਝ ਸਾਲ ਪਹਿਲਾਂ ਤੱਕ ਇਹ ਚਰਚਾਵਾਂ ਹੋਣੀਆਂ ਸ਼ੁਰੂ ਹੋ ਗਈਆਂ ਸੀ ਕਿ ਨਹੀਂ ਜੀ ਨਹੀਂ, ਹੁਣ ਤਾਂ ਕਣਕ ਬਹੁਤ ਹੋ ਗਈ, ਹੋਰ ਰਾਜ ਵੀ ਕਰਨੇ ਸ਼ੁਰੂ ਹੋ ਗਏ। ਲੇਕਿਨ ਪਿੱਛੇ ਥੋੜ੍ਹਾ ਜਿਹਾ ਝਟਕਾ ਜਦੋਂ ਕੋਵਿਡ ਦਾ ਆਇਆ, ਜਦੋਂ ਪੈਂਡੈਮਿਕ ਨੇ ਹਲਕੀ ਜਿਹਾ ਇਸ਼ਾਰਾ ਜਿਹਾ ਕੀਤਾ, ਉਸ ਵਕਤ ਸਮਝ ਵਿੱਚ ਆ ਗਿਆ ਕਿ ਖੁਰਾਕ ਸੁਰੱਖਿਆ ਦੀ ਵੈਲਿਊ ਕੀ ਹੈ। ਚੰਗੇ ਮੁਲਕਾਂ ਨੂੰ ਸਮਝ ਵਿੱਚ ਆ ਗਿਆ, ਅਕਲ ਠਿਕਾਣੇ ਆ ਗਈ ਕਿ ਜੇ ਦੁਨੀਆ ਦੇ ਵਿੱਚ ਕੋਈ ਆਪਾਤ ਸਥਿਤੀ ਆਣੀ ਹੈ ਤਾਂ ਫਿਰ ਖੁਰਾਕ ਸੁਰੱਖਿਆ ਨੇ ਬਚਾਉਣਾ ਹੈ। ਸੋ ਨਹੀਂ, ਦੈਨ ਯੂ ਅਗੇਨ ਕਮ ਬੈਕ ਟੂ ਦ ਬੇਸਿਕਸ। ਲੇਕਿਨ ਹੁਣ ਇਹ ਵੀ ਤੁਸੀਂ ਜੇ ਪੰਜਾਬ ਨੂੰ ਤੁਸੀਂ ਇਹ ਨਹੀਂ ਕਿ ਨੈਪਕਿਨ ਦੀ ਤਰ੍ਹਾਂ ਯੂਜ਼ ਐਂਡ ਥਰੋ। ਗ੍ਰੀਨ ਰੈਵੋਲੂਸ਼ਨ ਦੇ ਟਾਈਮ ਖੁਰਾਕ ਸੁਰੱਖਿਆ ਜਦੋਂ ਤੁਹਾਨੂੰ ਖਾਣ ਪੀਣ ਦੀ ਲੋੜ ਸੀ, ਉਸ ਵਕਤ ਤੁਸੀਂ ਕਹੋ ਜੀ ਫੂਡ ਗ੍ਰੇਨ ਵਾਲੇ ਪਾਸੇ ਤੁਰੋ। ਤੇ ਹੁਣ ਤੁਹਾਨੂੰ ਲੱਗਦਾ ਜੀ ਨਹੀਂ ਫੂਡ ਗ੍ਰੇਨ ਤਾਂ ਕੀ ਹੈ, ਕਣਕ ਅਸੀਂ ਮੱਧ ਪ੍ਰਦੇਸ਼ 'ਚ ਜ਼ਿਆਦਾ ਵਧੀਆ ਉਗਾ ਲੈਂਦੇ ਹਾਂ, ਚੌਲ ਤਾਂ ਚਲੋ ਖੈਰ ਪੰਜਾਬ ਦੀ ਜੋਗਰਾਫੀ ਨੂੰ ਹੀ ਕਦੇ ਸੂਟ ਨਹੀਂ ਕੀਤਾ ਸੀਗਾ। ਸੋ ਗਿਵ ਦ ਆਲਟਰਨੇਟਿਵਸ। ਤੁਸੀਂ ਉੱਥੇ ਐਗਰੀਕਲਚਰ ਦਾ ਇੱਕ ਮਾਡਲ, ਉਹਨਾਂ ਦੀ ਇੱਕ ਜ਼ਿੰਦਗੀ, ਉਹਨਾਂ ਦਾ ਕਲਚਰ ਹੀ ਉਹ ਐਗਰੀਕਲਚਰ ਨਹੀਂ ਬਲਕਿ ਕਲਚਰ ਹੈ, ਲਾਈਫ ਦਾ ਇੱਕ ਕਲਚਰ ਹੈ, ਇੱਕ ਜ਼ਿੰਦਗੀ ਦਾ ਪਾਰਟ ਹੈ। ਲੋਕਾਂ ਦੀਆਂ ਜ਼ਿੰਦਗੀਆਂ ਲਾਈਵਲੀਹੁੱਡਸ ਬੇਸਡ ਨੇ ਐਗਰੀਕਲਚਰ ਦੇ ਉੱਤੇ। ਸੋ ਤੁਸੀਂ ਉਹਦਾ ਜੇ ਆਲਟਰਨੇਟਿਵ ਦੇ ਸਕਦੇ ਹੋ, ਸਰਕਾਰੀ ਨੀਤੀਆਂ ਦੇਣ। ਅੱਜ ਤੋਂ 20 ਸਾਲ ਹੋ ਚੁੱਕੇ ਨੇ ਡਾਇਵਰਸੀਫਿਕੇਸ਼ਨ ਦੇ, ਕ੍ਰੌਪ ਡਾਇਵਰਸੀਫਿਕੇਸ਼ਨ ਦੇ ਪ੍ਰੋਗਰਾਮ ਹੋਏ, ਸਟੱਡੀਜ਼ ਹੋਈਆਂ। ਇਹ ਗੱਲ ਤਾਂ 2000 ਤੋਂ ਸ਼ੁਰੂ ਹੋਈ ਹੈ। 2000 ਆਈ ਥਿੰਕ 4-5 ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਵਕਤ SS ਜੌਹਲ ਦੀ ਇੱਕ ਕਮੇਟੀ ਬਣੀ ਸੀ, ਉਹਨੇ ਡਾਇਵਰਸੀਫਿਕੇਸ਼ਨ ਦਾ ਫਾਰਮੂਲਾ ਦਿੱਤਾ ਸੀ, ਪਰ ਏਕੜ ਤੁਸੀਂ ਕੀ ਕਿਸਾਨ ਨੂੰ ਰਿਟਰਨ ਦੇਣੀ ਹੈ, ਜਸਟ ਇਨ ਆਰਡਰ ਟੂ ਗੈਟ ਦੈਮ ਆਊਟ ਆਫ ਦਿਸ ਵੀਟ ਐਂਡ ਰਾਈਸ ਸਾਈਕਲ। ਖਾਸ ਕਰਕੇ ਰਾਈਸ ਦੇ ਜਿਹੜਾ ਫਸਲੀ ਚੱਕਰ ਜਿਹਨੂੰ ਕਹਿੰਦੇ ਨਾ ਕਿ ਕਣਕ ਝੋਨਾ ਦੋ ਹੀ ਫਸਲਾਂ ਹੈਗੀਆਂ। ਸੋ ਉਸ ਚੱਕਰ 'ਚੋਂ ਕੱਢਣ ਲਈ ਤੁਹਾਨੂੰ ਕੰਪਨਸੇਸ਼ਨ ਪ੍ਰਤੀ ਏਕੜ ਜਾਂ ਪ੍ਰਤੀ ਹੈਕਟੇਅਰ ਕਿੰਨੇ ਹਜ਼ਾਰ ਰੁਪਏ ਉਹਨਾਂ ਨੇ ਉਸ ਵਕਤ ਅਨਾਊਂਸ ਕੀਤੇ ਸੀ, ਬਟ ਉਹ ਹਵਾ 'ਚ ਰਹਿ ਗਈ। ਰਿਪੋਰਟ ਆਈ ਤੇ ਸਰਕਾਰ ਕੁਡਨਟ ਡੂ ਇਟ। ਸੋ ਤੁਹਾਡੇ ਕੋਲ ਕੋਈ ਸੋਲਿਊਸ਼ਨ ਨਹੀਂ ਹੈ। ਤੁਸੀਂ ਐਗਰੀਕਲਚਰ ਇਕੋਨੋਮੀ ਨੂੰ ਕਦੇ ਵੀ ਐਡਰੈਸ ਨਹੀਂ ਕੀਤਾ ਹੈ, ਕਿਸਾਨਾਂ ਦੀ ਸਥਿਤੀ ਨੂੰ ਐਡਰੈਸ ਨਹੀਂ ਕੀਤਾ ਹੈ। ਅੱਜ ਤੁਹਾਨੂੰ ਦਿੱਲੀ ਦਾ ਪੋਲਿਊਸ਼ਨ ਨਜ਼ਰ ਆਉਂਦਾ ਹੈ। ਦਿੱਲੀ ਦੇ ਵਿੱਚ ਜਿਹੜੇ ਨੀਤੀ ਘਾੜੇ ਬੈਠੇ ਨੇ, ਉਹਨਾਂ ਨੂੰ ਇਹ ਸਮਝਣ ਦੀ ਲੋੜ ਹੈ ਕਿ ਜਿਹੜਾ ਪੋਲਿਊਸ਼ਨ ਧੂੰਆਂ 'ਚ ਤੁਹਾਨੂੰ ਪਰੇਸ਼ਾਨ ਕਰ ਰਿਹਾ ਹੈ, ਇਹ ਤੁਹਾਡੀਆਂ ਇੰਨੇ ਸਾਲਾਂ ਤੇ ਦਹਾਕਿਆਂ ਦੀ ਜਿਹੜੀ ਕੋਤਾਹੀ, ਅਣਗਹਿਲੀ, ਇਨ ਆਰਡਰ ਟੂ ਫਾਰਮ ਅ ਨੈਸ਼ਨਲ ਐਗਰੀਕਲਚਰ ਪੋਲਿਸੀ। ਮੈਂ ਚਲੋ ਪੰਜਾਬ ਛੱਡ ਦਿਓ, ਤੁਸੀਂ ਤੁਹਾਡੀ ਨੈਸ਼ਨਲ ਕੋਈ ਐਗਰੀਕਲਚਰ ਪੋਲਿਸੀ ਤੁਹਾਨੂੰ ਪਤਾ ਇੰਡੀਆ ਦੀ ਇਸ ਵਕਤ ਨਹੀਂ ਹੈ। ਵੀ ਡੋਂਟ ਹੈਵ ਐਨ ਐਗਰੀਕਲਚਰ ਪੋਲਿਸੀ ਐਟ ਅ ਨੈਸ਼ਨਲ ਲੈਵਲ। ਉਂਝ ਦਾ ਤੁਹਾਨੂੰ ਹਰ ਦੇਸ਼ ਦੇ ਵਿੱਚ ਭਾਸ਼ਾ ਵੀ ਇੱਕ ਚਾਹੀਦੀ ਹੈ, ਹੈ ਨਾ। ਤੁਸੀਂ ਕਹੋ ਜੀ ਭਾਸ਼ਾ ਵੀ ਦੇਸ਼ ਦੀ ਇੱਕ ਹੋਵੇ, ਮੰਡੀ ਵੀ ਇੱਕ ਹੋਵੇ, ਵੈਨ ਵੇਅਰ ਇਜ਼ ਦ ਐਗਰੀਕਲਚਰ ਪੋਲਿਸੀ? ਤੁਸੀਂ ਕਦੇ ਮੁਲਕ ਆਪਣੇ ਅਲੱਗ-ਅਲੱਗ ਜਿਹੜੇ ਰਾਜ ਨੇ ਉਹਨਾਂ ਦੀ ਕਦੇ ਕ੍ਰੌਪ ਮੈਪਿੰਗ ਨਹੀਂ ਕੀਤੀ ਵੀ ਠੀਕ ਹੈ ਪੰਜਾਬ ਦੇ ਵਿੱਚ ਪੰਜਾਬ ਦਾ ਕਿਸਾਨ ਕੀ ਉਗਾਏ ਸਾਨੂੰ ਸੈਂਟਰ ਦੱਸ ਦੇਵੇ, ਹਰਿਆਣੇ ਦਾ ਕਿਸਾਨ ਕੀ ਉਗਾਏ ਸੈਂਟਰ ਦੱਸ ਦੇਵੇ, ਜਾਂ ਮੱਧ ਪ੍ਰਦੇਸ਼ ਦੇ ਵਿੱਚ ਜੇ ਤੁਸੀਂ ਕਣਕ ਉਗਾਉਣੀ ਹੈ ਤਾਂ ਫਿਰ ਪੰਜਾਬ ਨੂੰ ਆਲਟਰਨੇਟ ਕੀ ਦਓਗੇ? ਠੀਕ ਹੈ ਨਾ। ਤੇ ਉਹ ਜਿਹੜੀ ਉਹਦੇ ਨਾਲ ਮਤਲਬ ਕਣਕ ਤੇ ਝੋਨਾ ਇੱਕ ਸੇਫ ਸਾਈਕਲ ਹੈ। ਕਿਸਾਨ ਨੂੰ ਪਤਾ ਇੱਕ ਫਸਲ ਖਰਾਬ ਨਹੀਂ ਹੋਗੀ। ਸਬਜ਼ੀਆਂ ਦੇ ਵਿੱਚ ਰਿਸਕ ਇਨਵੋਲਵ ਹੈ, ਠੀਕ ਹੈ ਨਾ। ਉਹ ਸਬਜ਼ੀਆਂ ਦੀ ਮਾਰਕੀਟ ਵਾਇਬਿਲਿਟੀ, ਉਹਨਾਂ ਦੀ ਜਿਹੜੀ ਪ੍ਰੋਕਿਉਰਮੈਂਟ, ਉਹਨਾਂ ਦੀ ਪੈਰਿਸ਼ੇਬਿਲਿਟੀ, ਕਈ ਹੋਰ ਫੈਕਟਰਸ ਹੈਗੇ ਨੇ। ਸੋ ਉਹ ਸਾਰੀ ਚੀਜ਼ਾਂ ਤੇ ਸੋਲਿਊਸ਼ਨ ਦੇ ਨਹੀਂ ਪਾਇਆ ਆਪਾਂ। ਹੋ ਰਿਹਾ ਕੰਮ, ਐਸਾ ਨਹੀਂ ਹੋ ਰਿਹਾ, ਬਟ ਫॉर ਆਲ ਥੀਜ਼ years of I would say policy paralysis ਦੀ ਸਟੇਟ ਦੇ ਵਿੱਚ ਰਹੇ, ਡਿਸਪਾਈਟ ਟਾਕਿੰਗ ਆਲ ਦ ਟਾਈਮ ਅਬਾਊਟ ਫਾਰਮਰਸ। ਹਮੇਸ਼ਾ ਦੇ ਕਿਸਾਨ ਖੇਤੀਬਾੜੀ। ਅੱਜ ਮੈਂ ਤੁਹਾਨੂੰ ਕਿਹਾ, ਤੁਹਾਨੂੰ ਸੁਣਨ 'ਚ ਲੱਗੇਗਾ ਕਿ ਦੇਸ਼ ਦੀ ਕੀ ਅੱਛਾ ਐਗਰੀਕਲਚਰ ਨੀਤੀ ਨਹੀਂ ਹੈ। ਮੇਰੇ ਹਿਸਾਬ ਨਾਲ ਤਾਂ ਨਹੀਂ ਹੈ। ਤੇ ਮੈਂ ਇੰਨੇ ਸਾਲ ਦੇਖਿਆ, ਦੇ ਹੈਵਨਟ ਹੈਡ ਅ ਕ੍ਰੌਪ ਮੈਪਿੰਗ ਪੈਟਰਨ ਜਿੱਥੇ ਕਿ ਇਹ ਕੋਡੀਫਾਈ ਕਰ ਸਕਣ ਵੀ ਇਸ ਰਾਜ ਦੇ ਵਿੱਚ ਇਹ ਫਸਲ ਹੋਵੇ, ਐਂਡ ਦੇਸ਼ ਦੀ ਜ਼ਰੂਰਤ ਦੇ ਹਿਸਾਬ ਨਾਲ ਤੁਸੀਂ ਉਹ ਸਾਰੀ ਲੋੜਾਂ ਨੂੰ ਐਡਰੈਸ ਕਰੋ। ਜਦੋਂ ਤੁਸੀਂ ਉਹ ਕੀਤਾ ਨਹੀਂ, ਫਿਰ ਅੱਜ ਧੂੰਆਂ ਆ ਗਿਆ ਦਿੱਲੀ ਦੇ ਵਿੱਚ ਆ ਕੇ ਤੇ ਉਹਨਾਂ ਪਾਰਲੀਮੈਂਟੇਰੀਅਨਸ ਨੂੰ, ਮਿਨਿਸਟਰਸ ਨੂੰ ਜਾਂ ਮੀਡੀਆ ਨੂੰ ਪਰੇਸ਼ਾਨ ਕਰਦਾ ਹੈ।
ਉਹ ਤਾਂ ਖੈਰ ਪ੍ਰਦੂਸ਼ਣ ਦੀ ਗੱਲ ਕਰਨਾ, এনवायरमेंट ਦੀ ਗੱਲ ਕਰਨਾ ਬਹੁਤ फैशनेबल है, एनीबडी कैन टॉक इट, बट यू आर नॉट टॉकिंग अबाउट द सॉल्यूशंस। अब जैसे पंजाब में जैसे होता है कि धान की खेती हो गई, कटाई के बाद 3 हफ्ते का एक टाइम होता है, क्योंकि एक मल्टी क्रॉप पैटर्न है वहाँ पर कि एक से ज़्यादा जो है फसलें उगाई जाती हैं। 3 हफ्तों बाद जो है गेहूं की खेती लग जाती है, तो आप जला दीजिएगा तो फिर जो है कहते हैं कि वो उससे जो है ज़मीन भी जो है उसमें फर्टिलिटी आ जाती है कि वो इसका एक नेचुरल जो एक कॉज भी है, बेनिफिट। तो इस वजह से भी बहुत सारे किसान जो है, क्योंकि उनको लगता है फिर हम दोबारा जो है ज़मीन पे वो फर्टिलाइज़र डालेंगे, ये हम इस सब बखेड़ों में पड़े ही क्यों। ਨਹੀਂ ਮੈਨੂੰ ਲੱਗਦਾ ਉਹ ਐਡਾ ਵੱਡਾ ਫੈਕਟਰ ਨਹੀਂ ਹੈ। ਮੇਰੀ ਜਾਣਕਾਰੀ ਦੇ ਮੁਤਾਬਕ ਈਵਨ ਕਿਸਾਨਾਂ ਦੇ ਮੁਤਾਬਕ ਉਹ ਫੈਕਟਰ ਨਹੀਂ ਹੈ। ਮੁੱਦਾ ਇਹ ਹੈ ਵੀ ਤੁਸੀਂ ਉਹਨਾਂ ਨੂੰ ਡਿਸਪੋਜ਼ ਆਫ ਕਰਨ ਲਈ ਕੋਈ ਆਲਟਰਨੇਟ ਵਾਇਬਲ ਆਲਟਰਨੇਟ ਨਹੀਂ ਦੇ ਪਾ ਰਹੇ ਹੋ, ਬਿਕੋਜ਼ ਦੇ ਕਾਂਟ ਡਿਸਪੋਜ਼ ਇਟ ਆਫ। ਇਹ ਨਹੀਂ ਹੈ ਕਿ ਉਹਨੂੰ ਸਾੜਨ ਦੇ ਨਾਲ ਉਹਦੀ ਜ਼ਮੀਨ ਦੀ ਫਰਟੀਲਿਟੀ ਵੱਧਦੀ ਹੈ, ਜੇ ਵੱਧਦੀ ਵੀ ਹੋਏਗੀ ਉਹ ਵੀ ਇੱਕ ਐਸਾ ਐਡਵਾਂਟੇਜ ਹੈ ਜਿਸ ਨੂੰ ਕਿ ਫੋਰਗੋ ਕੀਤਾ ਜਾ ਸਕਦਾ ਹੈ, ਛੱਡਿਆ ਜਾ ਸਕਦਾ ਉਸ ਐਡਵਾਂਟੇਜ ਨੂੰ, ਐਂਡ ਕਿਸਾਨ ਇਸ ਚੀਜ਼ ਲਈ ਮੈਂਟਲੀ ਰੈਡੀ ਨੇ। ਅਦਰਵਾਈਜ਼ ਇੱਕ ਆਰਗੂਮੈਂਟ ਦਿੱਤਾ ਜਾਂਦਾ, ਠੀਕ ਹੈ ਨਾ, ਬਟ ਉਹ ਆਰਗੂਮੈਂਟ ਐਡਾ ਸੋਲਿਡ ਵਜ਼ਨਦਾਰ ਆਰਗੂਮੈਂਟ ਨਹੀਂ ਹੈ। ਕਿਸਾਨ ਆਪਣੀ ਫਸਲਾਂ ਸਾੜਨ ਲਈ ਤਿਆਰ ਨੇ, ਲੇਕਿਨ ਤੁਸੀਂ ਦੱਸੋ ਤਾਂ ਅਸੀਂ ਵੀ ਉਹ ਜਿਹੜੀ ਫਸਲ ਜਾਂ ਜਿਹੜੀ ਪਰਾਲੀ ਹੈਗੀ ਹੈ, ਜਿਹੜੀ ਬਚੀ ਹੈ, ਜਿਹਨੂੰ ਤੁਸੀਂ ਸਾੜ ਕੇ ਕਹਿ ਰਹੇ ਹੋ ਪ੍ਰਦੂਸ਼ਣ ਵੱਧ ਰਿਹਾ, ਉਹਨੂੰ ਉਹਦਾ ਕਰੀਏ ਕੀ ਫਿਰ, ਕਿੱਥੇ ਲੈ ਕੇ ਜਾਈਏ, ਕਿੱਥੇ ਡਿਪੋਜ਼ਿਟ ਕਰਾਈਏ, ਤੇ ਉਹਦਾ ਜਿਹੜਾ ਖਰਚਾ ਕੌਣ ਦੇਗਾ। हाँ एग्जैक्टली। तो वैसे भी एग्रीकल्चर तो एक बहुत वायबल एक एम्प्लॉयमेंट का ज़रिया भी नहीं है। बहुत लोग तो ये भी कह रहे हैं कि अब धीरे धीरे जो है उसमें कमी आ रही है, हर स्टेट में, सिर्फ पंजाब की बात नहीं है। एग्रीकल्चर हिंदुस्तान में इतना अच्छा नहीं परफॉर्म कर रहा है जैसे पहले था। ਐਗਰੀਕਲਚਰ ਤਾਂ ਬਹੁਤ ਅੱਛਾ ਪਰਫਾਰਮ ਕਰ ਰਿਹਾ ਹੈ, ਲੇਕਿਨ ਕਿਸਾਨਾਂ ਲਈ ਪਰਫਾਰਮ ਕਰਨਾ ਬੰਦ ਕਰਤਾ ਹੈ। ਕਾਰਪੋਰੇਟ ਲਈ ਹੁਣ ਪਰਫਾਰਮ ਕਰ ਰਿਹਾ ਹੈ, ਹੁਣੇ ਅਡਾਨੀਆਂ ਲਈ ਪਰਫਾਰਮ ਕਰ ਰਿਹਾ ਹੈ, ਹੁਣੇ ਵੱਡੇ ਵੱਡੇ ਜਿਹੜੇ ਕਾਰਪੋਰੇਟ ਆ ਚੁੱਕੇ ਨੇ, ਬਿਕੋਜ਼ ਐਗਰੀਕਲਚਰ ਵਾਸ ਇਜ਼ ਐਂਡ ਵਿਲ ਬੀ ਦ ਇਨ ਥਿੰਗ। ਐਗਰੀਕਲਚਰ ਨੇ ਕਿਤੇ ਨਹੀਂ ਜਾਣਾ, ਐਗਰੀਕਲਚਰ ਤੋਂ ਬਗੈਰ ਤਾਂ ਕੁਝ ਵੀ ਨਹੀਂ ਹੈ। ਖੁਰਾਕ ਸੁਰੱਖਿਆ ਤੋਂ ਇਲਾਵਾ ਦ ਬਿਗੇਸਟ ਸਿਕਿਉਰਿਟੀ ਦੈਟ ਐਨੀ ਕੰਟਰੀ, ਐਨੀ ਨੈਸ਼ਨੈਲਿਟੀ ਵੁੱਡ ਹੈਵ ਇਜ਼ ਦ ਫੂਡ ਸਿਕਿਉਰਿਟੀ। ਸੋ ਫੂਡ ਸਿਕਿਉਰਿਟੀ ਦੇ ਮਾਮਲੇ 'ਚ ਤਾਂ ਇਹ ਚੀਜ਼ਾਂ ਤਾਂ ਵੱਡੇ ਵੱਡੇ ਕਾਰਪੋਰੇਟਸ ਨੂੰ, ਤੁਸੀਂ ਅਮਰੀਕਾ ਦੇ ਮਾਡਲ ਜਾ ਕੇ ਸਟੱਡੀ ਕਰ ਲਓ, ਉੱਥੇ ਕੀ ਹੋਇਆ ਕਿ ਛੋਟਾ ਕਿਸਾਨ ਗੇਮ 'ਚੋਂ ਬਾਹਰ ਹੋ ਰਿਹਾ, ਜੋ ਕਿ ਇੱਥੇ ਇੱਕ ਡੈਮੋਕਰੇਟਾਈਜੇਸ਼ਨ ਸੀ, ਡੈਮੋਕ੍ਰੇਸੀ ਉਸ ਲੈਵਲ ਦੀ, ਐਗਰੀਕਲਚਰ ਡੈਮੋਕ੍ਰੇਸੀ ਕਹਿ ਲਈਏ, ਕਿ ਛੋਟਾ ਕਿਸਾਨ ਹੈ ਜਿਹਦੇ ਕੋਲ 5 ਏਕੜ 7 ਏਕੜ 10 ਏਕੜ ਜ਼ਮੀਨ ਹੈ, ਈਵਨ ਘੱਟ ਵਾਲਾ, ਉਹ ਵੀ ਚਲੋ ਤੁਰਦਾ ਪਿਆ ਹੈਗਾ 10-12 ਏਕੜ ਦੇ ਵਿੱਚ। ਹੁਣ ਉਹ ਚੀਜ਼ਾਂ ਖਤਮ ਹੋ ਰਹੀਆਂ ਨੇ। ਉਹਦੀ ਜਿਹੜਾ ਮੇਬੀ ਕਈ ਵਾਰ ਤਾਂ ਇਹ ਵੀ ਕੌਨਸਪੀਰੇਸੀ ਥਿਓਰੀਜ਼ ਕਹਿ ਲਓ ਜਾਂ ਇਹਨਾਂ ਨੂੰ ਕਹਿ ਲਓ ਵੀ ਜਿਹੜੇ ਜਾਣਕਾਰ ਨੇ ਉਹ ਮੰਨਦੇ ਨੇ ਵੀ ਇਹ ਸਭ ਕੁਝ ਕੀਤਾ ਇਸ ਵਾਸਤੇ ਜਾ ਰਿਹਾ ਹੈ ਤਾਂ ਕਿ ਵੱਡੇ ਕਾਰਪੋਰੇਟ, ਵੱਡੇ ਅਦਾਰੇ ਹੀ ਟਿਕ ਸਕਣ। ਮਾਰਕੀਟ ਨੂੰ ਇਸ ਤਰੀਕੇ ਦਾ ਬਣਾ ਦਿਓ ਤੁਸੀਂ ਤਾਂ ਕਿ ਛੋਟਾ ਕਿਸਾਨ ਦੇ ਲਈ ਵਾਇਬਲ ਨਾ ਰਹੇ, ਉਹ ਵੈਸੇ ਆਪਣੇ ਆਪ ਗੇਮ 'ਚ ਆਊਟ ਹੋ ਜਾਏ, ਜੋ ਕਿ ਹੋ ਰਿਹਾ ਹੈ। ਤਾਂ ਉਹ ਐਗਜ਼ਿਟਸ ਹੋ ਰਹੇ ਨੇ, ਠੀਕ ਹੈ ਨਾ, ਉਹ ਕਰਜ਼ ਵੱਧ ਰਿਹਾ ਉਹਦੇ ਉੱਤੇ, ਉਹਦੇ ਲਈ ਵਾਇਬਿਲਿਟੀ ਖਤਮ ਹੋ ਰਹੀ ਹੈ। ਸੋ ਵੱਡੀ ਕਾਰਪੋਰੇਟ ਮੈਦਾਨ 'ਚ ਆ ਗਏ। सो एग्रीकल्चर रिमेन्स वेयर इट इज़, बट वो even कॉर्पोरेट एग्रीकल्चर। हाँ, किसानों के लिए अब वायबल नहीं है, वो बिल्कुल सही बात है। इनफैक्ट इस बारे में बहुत ज़्यादा बात भी नहीं होती। किसान आंदोलन के टाइम पे ही जो है दुनिया की नज़रें वहाँ पर आई, लेकिन उससे पहले छोटे मोटे जितने भी हड़ताल हुए, किसान आए, दिल्ली में प्रदर्शन किए, कपड़े उतार के भी प्रदर्शन किए, जो है कंकाल वगैरह लेकर के आए थे जिन लोग। बिल्कुल, तेलंगाना तो होर राज्य तो बहुत ਵੱਡੇ ਵੱਡੇ पर मूवमेंट्स रही ने, लेकिन मेन स्ट्रीम ने कभी नहीं चुके। जी, तो ये कॉन्वर्सेशंस हो नहीं पाते हैं। एक ही मतलब हाल ही में एक मूवी आई है शाहरुख खान की जवान, जिसमें वो किसानों ने जो सुसाइड किया है वो फिगर बहुत प्रोमिनेंटली उसको बताया गया है। उसके अलावा मैंने कोई ऐसा मास मीडिया में भी ऐसा कोई एफर्ट मैंने देखा नहीं है। लेकिन जो सियासत हो रही है इसको लेकर के, अब जैसे ਧੂਏ ਕੋ ਲੇਕਰ ਸਿਆਸਤ ਹੋ ਰਹੀ ਹੈ। ਜੇ ਮੈਂ ਕਹਿੰਦਾ ਖੇਤੀਬਾੜੀ ਦੇ ਉੱਤੇ ਸਿਆਸਤ ਹੋਵੇ ਫੇਰ ਵੀ ਚੰਗਾ ਹੈ। ਆਪਾਂ ਹੁਣੇ ਚਰਚਾ ਕਰ ਰਹੇ ਹਾਂ ਕਿੰਨੇ ਇਸ਼ੂਜ਼ ਆਪਾਂ ਐਡਰੈਸ ਕਰ ਲਏ, ਲੇਕਿਨ ਇਹ ਐਡਰੈਸ ਕਦੇ ਨੈਸ਼ਨਲ ਮੀਡੀਆ 'ਚ ਕਿਉਂ ਨਹੀਂ ਹੁੰਦੇ ਐਡਰੈਸ? ਕਿ ਉੱਥੇ ਇਸ ਇਸ਼ੂ ਨੂੰ ਇੰਨਾ ਫੈਸ਼ਨੇਬਲ ਕਿਉਂ ਨਹੀਂ ਮੰਨਿਆ ਜਾਂਦਾ? ਧੂਆਂ ਆ ਜਾਵੇ, ਬਲੈਕਆਊਟ ਹੋ ਜਾਵੇ 7 ਦਿਨ, ਤਾਂ ਪੂਰਾ ਦਾ ਪੂਰਾ ਫੋਕਸ ਹੀ ਪਰਾਲੀ ਤੇ ਹੁੰਦਾ ਹੈ। ਫਿਰ ਪੱਤਰਕਾਰ ਆਉਣਗੇ ਵੀ, ਕਿਸਾਨਾਂ ਦੀ ਵੀਡੀਓ ਵੀ ਬਣਾਉਣਗੇ, ਦਿਖਾਣਗੇ ਵੀ। ਉਸ ਵਕਤ ਚਲੋ ਉਸੇ ਸੰਦਰਭ ਵਿੱਚ ਕਰ ਲਓ, ਕਰੋ ਤਾਂ ਸਹੀ ਨਾ। ਟਾਕ ਟੂ ਦ ਫਾਰਮਰ, ਪਤਾ ਤਾਂ ਕਰੋ ਇਹਦੀ ਪ੍ਰੋਬਲਮ ਕੀ ਹੈ, ਉਹ ਤੂੰ ਕਿਉਂ ਆਪਣੀ ਫਸਲ ਦਾ ਜਿਹੜਾ ਕਟਾਈ ਤੋਂ ਬਾਅਦ ਦੀ ਸਟੇਬਲ ਸਾੜ ਰਿਹਾ ਹੈ। जी, तो इसमें जो है अब फिलहाल आम आदमी पार्टी की सरकार है दिल्ली में, और पिछले काफ़ी साल 2015 से वो पावर में है। हर साल ये पोल्यूशन का मसला होता है। 2016 में मुझे याद है बहुत ख़राब हालत हो गई थी दिल्ली में, जब हमारे ऑफिसर्स के, एयर कंडीशन ऑफिसर्स के अंदर धुआं आ गया था, तो रहना बड़ा मुश्किल हो गया था। तो उसके बाद जो है अक्टूबर, नवंबर, दिसंबर में हम हमेशा बात करते हैं कि देखिए दिल्ली में पोल्यूशन है, बहुत ज़्यादा है, लेकिन उसके बाद जो है बारिश हो जाएगी, धीरे धीरे जो है ये पोल्यूशन का ये धुआं भी हट जाएगा और लोगों के दिलो दिमाग से भी उतर जाएगा। अच्छा टाइम आ जाएगा, बुरा टाइम चला जाएगा। हाँ, लेकिन इस बार दिल्ली गवर्नमेंट के पास ये एक्सक्यूज़ नहीं है कि वो पंजाब को ब्लेम करे। मतलब पहले ये बोल रहे थे कि भाई बीजेपी कांग्रेस के गवर्नमेंट
अकाली दल का था, लेकिन उसको नॉन आप गवर्नमेंट, इस बार उनके पास ये एक्सक्यूज़ नहीं है। इस बार मैं देख रहा हूँ कि डीपीसीसी चीफ के खिलाफ भी बोला जा रहा है, लेकिन फिर भी ये भी कहा जा रहा है कि कोई एक सोल्यूशन, एक जरिया नहीं होता पोल्यूशन का, जबकि पिछले साल तक सिर्फ और सिर्फ पंजाब और हरियाणा के क्रॉप बर्निंग को ब्लेम किया जा रहा था। अब जो है वो ब्लेम नहीं किया जा रहा है। मैं देख रहा हूँ शायद थोड़ा सा उनके लिए भी मुश्किल हो रहा है, लेकिन जो सियासत आप देख रहे हैं उसको आप कैसे देखते हैं? ਸਿਆਸਤ ਤਾਂ ਫੋਕੀ ਸਿਆਸਤ ਹੈ, ਇਹਦਾ ਕੋਈ ਸਿਰ ਪੈਰ ਪਹਿਲਾਂ ਹੀ ਨਹੀਂ ਸੀ। ਜਿਹੜੇ ਲੋਕਾਂ ਨੂੰ ਇਸ ਇਸ਼ੂ ਦੀ, ਇਸ ਮੁੱਦੇ ਦੀ ਸਮਝ ਹੈ, ਉਹ ਤਾਂ ਜਾਣਦੇ ਸੀ ਕਿ ਰਾਜਨੀਤੀ ਹੈ ਤੇ ਜਿਹੜੀ ਪਾਰਟੀ ਪੋਲਿਟਿਕਸ ਹੈ ਉਹ ਇਸ਼ੂਜ਼ ਨੂੰ ਕਦੇ ਵੀ ਸਹੀ ਰੌਸ਼ਨੀ ਦੇ ਵਿੱਚ, ਸਹੀ ਨਜ਼ਰੀਏ ਦੇ ਨਾਲ ਨਾ ਸਮਝਣ ਦੇਣ ਦਾ ਹੀ ਇੱਕ ਖੇਡ ਹੈ ਰਾਜਨੀਤੀ। ਸੋ ਇਹ ਆਮ ਆਦਮੀ ਪਾਰਟੀ ਕਰਦੀ ਪਈ ਸੀ। ਸੋ ਆਮ ਆਦਮੀ ਪਾਰਟੀ ਜਾਂ ਕੋਈ ਵੀ ਪਾਰਟੀ ਹੋਵੇ, ਉਹ ਜਦ ਤੱਕ ਤੁਹਾਡੀ ਸਰਕਾਰ ਨਹੀਂ ਸੀ ਪੰਜਾਬ ਦੇ ਵਿੱਚ, ਤਦ ਤੱਕ ਤੁਸੀਂ ਇੱਕ ਅਲੱਗ ਨੈਰੇਟਿਵ ਲੈ ਕੇ ਬੈਠੇ ਸੀ। ਅੱਜ ਤੁਹਾਡੀ ਸਰਕਾਰ ਆ ਗਈ ਹੈ ਤੇ ਹੁਣ ਤੁਸੀਂ ਉਹ ਗੱਲ ਕਰ ਨਹੀਂ ਸਕਦੇ ਹੋ। ਹੁਣ ਤੁਸੀਂ ਕੁਝ ਹੋਰ ਘੁੰਡੀ ਲੱਭ ਰਹੇ ਹੋ, ਜਾਂ ਕੁਝ ਹੋਰ ਲੱਭਾ, ਨਵਾਂ ਕੋਈ ਪੁਆਇੰਟ ਲੱਭਿਆ ਜਾਵੇ ਤਾਂ ਕਿ ਮਤਲਬ ਜਸਟੀਫਾਈ ਜਾ ਕਰੀਏ ਕੁਝ ਨਾ, ਮਤਲਬ। ਸੋ ਇਹ ਤਾਂ ਇਹਨਾਂ ਦੀ ਮਤਲਬ ਇਹੋ ਜਿਹੀਆਂ ਪੋਲੀਟੀਕਲ ਪਾਰਟੀਆਂ, ਜਿਹੋ ਡਿਸੀਜਨ ਮੇਕਰਸ, ਉਹ ਤਾਂ ਕੀ ਐਕਸਪੈਕਟ ਕਰਨਾ। ਲੇਕਿਨ ਇਹ ਬੜਾ ਸੀਰੀਅਸ ਇਸ਼ੂ ਹੈ, ਬੜਾ ਗੰਭੀਰ ਇਸ਼ੂ ਹੈ। ਐਂਡ ਕੱਲੀ ਆਮ ਆਦਮੀ ਪਾਰਟੀ ਦਾ ਕਿਉਂ, ਇਹਦੇ 'ਚ ਕਲੈਕਟਿਵ ਫੇਲੀਅਰ ਹੈ। ਆਮ ਆਦਮੀ ਪਾਰਟੀ ਦਾ ਚਲੋ ਦਿੱਲੀ 'ਚ ਹੁਣ ਆਈ, ਪੰਜਾਬ ਦੇ ਵਿੱਚ ਹੁਣ ਆਈ, ਇਸ ਤੋਂ ਪਹਿਲਾਂ ਦੀਆਂ ਸਰਕਾਰਾਂ ਕੁਝ ਨਹੀਂ ਕਰ ਪਾਈਆਂ, ਚਾਹੇ ਉਹ ਕਾਂਗਰਸ ਦੀਆਂ ਸੈਂਟਰ 'ਚ ਰਹੀਆਂ, ਪੰਜਾਬ 'ਚ ਰਹੀਆਂ, ਬੀਜੇਪੀ ਦੀ ਸੈਂਟਰ 'ਚ ਰਹੀ, ਅਕਾਲੀਆਂ ਦੀ ਜਾਂ ਲੋਕ ਦਲ ਵਾਲਿਆਂ ਦੀ। ਸੋ ਇਸ਼ੂਜ਼ ਉੱਥੇ ਦੇ ਉੱਥੇ ਖੜੇ ਨੇ, ਪਰਨਾਲਾ ਉੱਥੇ ਦਾ ਉੱਥੇ ਹੈ, ਮਸਲੇ ਉੱਥੇ ਦੇ ਉੱਥੇ ਹੀ ਹੈ। ਐਗਰੀਕਲਚਰ ਨੂੰ ਲੈ ਕੇ ਨੀਤੀ ਪੂਰੇ ਦੇਸ਼ ਦਾ ਕਿਸਾਨ ਤਰਸਤ ਹੈ। ਅੱਜ ਤੇਲੰਗਾਨਾ ਤੋਂ ਲੈ ਕੇ ਤੁਸੀਂ ਸਾਊਥ ਇੰਡੀਆ ਚੱਲ ਜਾਓ, ਪੰਜਾਬ ਚੱਲ ਜਾਓ, ਹੋਰ ਸੂਬਿਆਂ ਚੱਲ ਜਾਓ, ਕਿਸਾਨਾਂ ਦੀ ਹਾਲਤ ਤਾਂ ਉਵੇਂ ਦੀ ਉਵੇਂ ਹੀ ਹੈ। ਠੀਕ ਹੈ ਨਾ। ਸੋ ਜਦੋਂ ਪਾਲਿਸੀ ਪੈਰਾਲਿਸਿਸ ਪੂਰੇ ਕੰਟਰੀ ਦੇ ਵਿੱਚ ਰਿਹਾ ਹੈ, ਕੋਈ ਤੁਹਾਡੀ ਪਾਲਿਸੀ ਨਹੀਂ ਹੈ, ਐਗਰੀਕਲਚਰ ਪਾਲਿਸੀ ਨਹੀਂ ਹੈ ਇੰਡੀਆ ਦੀ, ਜਦੋਂ ਕੀ ਕਿਹਾ ਜਾਂਦਾ ਹੈ ਖੇਤੀ ਪ੍ਰਧਾਨ ਮੁਲਕ, ਖੇਤੀ ਪ੍ਰਧਾਨ ਸੂਬੇ, ਤੇ ਨੈਵਰ ਹੈਡ ਦ ਐਗਰੀਕਲਚਰ ਪਾਲਿਸੀ ਫॉर ਸੋ ਮੈਨੀ ਡੈਕੇਡਸ। ਈਵਨ ਅੱਜ ਵੀ ਮੈਨੂੰ ਆਈ ਡਾਊਟ ਕਿ ਦੇ ਵਿਲ ਹੈਵ ਅ ਕੰਪਰੀਹੈਂਸਿਵ ਪਾਲਿਸੀ। ਸੋ ਇਹ ਸ਼ੋਅ ਕਰਦਾ ਵੀ ਅੱਜ ਜਿਹੜਾ ਤੁਸੀਂ ਓਵਰ ਆਲ ਥੀਸ ਈਅਰਸ ਯੂ ਹੈਵ ਇਗਨੋਰਡ ਅ ਸਰਟਨ ਪ੍ਰੋਬਲਮ, ਨਾਟ ਪ੍ਰੋਬਲਮ, ਯੂ ਹੈਵ ਇਗਨੋਰਡ ਅ ਸੈਕਟਰ। ਤੁਸੀਂ ਉਸ ਸੈਕਟਰ ਨੂੰ ਇਗਨੋਰ ਕੀਤਾ ਹੈ, ਤੁਸੀਂ ਉਸ ਨੂੰ ਮਾਰਕੀਟ ਦੀਆਂ ਫੋਰਸਿਸ ਦੇ ਉੱਤੇ ਨਿਰਭਰ ਰਹਿਣ ਦਿੱਤਾ ਹੈ। ਤੁਸੀਂ ਆਪਣਾ ਇੰਟਰਵੈਂਸ਼ਨ ਪਾਲਿਸੀ ਕਰਕੇ, ਸਰਕਾਰ ਦੇ ਪ੍ਰੋਐਕਟਿਵ ਕਦਮ ਚੁੱਕ ਕੇ ਉਸ ਇਸ਼ੂ ਨੂੰ ਐਡਰੈਸ ਨਹੀਂ ਕੀਤਾ, ਤੇ ਅੱਜ ਤੁਹਾਨੂੰ ਸਿਰਫ ਧੂਏ ਦੇ ਵਿੱਚ ਉਹ ਸਮੱਸਿਆ ਨਜ਼ਰ ਆ ਰਹੀ ਹੈ। ਹਜੇ ਸਮੱਸਿਆ ਫੇਰ ਵੀ ਨਹੀਂ ਨਜ਼ਰ ਆ ਰਹੀ। ਸਵਾਮੀਨਾਥਨ ਕਹਿੰਦੇ ਮੌਤ ਹੋ ਗਈ, ਉਹਨਾਂ ਦੀ ਉਮਰ ਹੋ ਗਈ ਸੀਗੀ, ਲੇਕਿਨ ਉਹਨਾਂ ਨੇ ਕਿਹੜੇ ਸਾਲ ਦੇ ਕਿੰਨੇ ਦਹਾਕੇ ਪਹਿਲਾਂ ਇਹ ਫਾਰਮੂਲਾ ਦਿੱਤਾ ਸੀਗਾ C+50% ਵਾਲਾ, ਵੀ ਘੱਟੋ ਘੱਟ ਕਿਸਾਨਾਂ ਦਾ ਜਿੰਨਾ ਖਰਚਾ ਹੁੰਦਾ ਉਹ ਤਾਂ +50% ਉਹਨਾਂ ਨੂੰ ਜ਼ਰੂਰ ਦਿਓ ਤਾਂ ਕਿ ਉਹ ਵਾਇਬਲ ਕਰਨ। ਉਸ ਤੋਂ ਬਾਅਦ ਤੁਸੀਂ ਕਹੋ ਨਾ ਕਿ ਕਰੋ ਪਰਾਲੀ ਦਾ ਇੰਤਜ਼ਾਮ, ਕਿਸਾਨ ਕਰ ਲੇਗਾ, ਲੇਕਿਨ ਉਸ ਨੂੰ ਜੇ ਤੁਸੀਂ ਕੀਮਤ ਹੀ ਨਹੀਂ ਦੇ ਪਾ ਰਹੇ ਹੋ, ਜੋ ਕਿ ਕੋਈ ਵੀ ਸਰਕਾਰ ਨਹੀਂ ਦੇ ਪਾਈ। ਤੇ ਆਮ ਆਦਮੀ ਪਾਰਟੀ ਤੋਂ ਤਾਂ ਮੈਂ ਲੀਸਟ ਐਕਸਪੈਕਟ ਕਰਦਾ, ਕਿਉਂਕਿ ਇਹਨਾਂ ਨੂੰ ਤਾਂ ਸਮਝ ਹੀ ਨਹੀਂ ਹੈ। ਇਹ ਤਾਂ ਉਹ ਕੇਜਰੀਵਾਲ ਸਾਹਿਬ ਨੇ ਜੋ ਕਿ ਦਿੱਲੀ ਦੇ ਵਿੱਚ ਉਹ ਕਹਿੰਦੇ ਵੀ ਦਿੱਲੀ ਦਾ ਕਿਸਾਨ ਤੇ ਪੰਜਾਬ ਦਾ ਕਿਸਾਨ। ਦਿੱਲੀ 'ਚ ਕਿਹੜੀ ਖੇਤੀ ਹੁੰਦੀ ਹੈ? ਕਿਹੜੇ ਕਿਸਾਨ ਦਿੱਲੀ 'ਚ ਨੇ? ਕਿੰਨੇ ਕਿਸਾਨ ਨੇ? ਕਿੰਨੇ ਰਕਬੇ ਉੱਤੇ ਖੇਤੀ ਹੁੰਦੀ ਹੈ? ਇਹ ਪੰਜਾਬ ਦੇ ਕਿਸਾਨ ਨੂੰ ਦਿੱਲੀ ਦੇ ਕਿਸਾਨ ਨਾਲ ਵੀ ਕੰਪੇਅਰ ਕਰਦੇ ਨੇ, ਜੇ ਇਹਨਾਂ ਨੂੰ ਇਸ਼ਤਿਹਾਰਾਂ ਦੇ ਵਿੱਚ ਕਦੇ ਲੋੜ ਪੈ ਜਾਏ। ਸੋ ਇਸ ਤਰੀਕੇ ਦੀ ਸਰਕਾਰ, ਇਸ ਤਰੀਕੇ ਦੀ ਲੀਡਰਸ਼ਿਪ, ਜਿਨ੍ਹਾਂ ਦੀ ਸੋਚ, ਜਿਨ੍ਹਾਂ ਦੇ ਮੁੱਦਿਆਂ ਦੀ ਸਮਝ ਹੀ ਨਹੀਂ ਹੈਗੀ, ਉਹਨਾਂ ਨੇ ਇੱਕ ਨੈਰੇਟਿਵ ਜਿਹਾ ਬੁਣਨਾ ਹੈ। ਠੀਕ ਹੈ, ਕਰਪਸ਼ਨ ਦੇ ਮੁੱਦੇ 'ਤੇ ਬੋਲੀ ਜਾਂਦੇ ਨੇ, ਉਹ ਠੀਕ ਹੈ, ਜਿੰਨੀ ਕੁ ਸਮਝ ਹੈਗੀ ਬੋਲਣ, ਲੇਕਿਨ ਇਹ ਕੁਛ ਅਜਿਹੇ ਇਸ਼ੂਜ਼ ਹੈਗੇ ਨੇ ਜਿੱਥੇ ਕਿ ਮੈਨੂੰ ਨਹੀਂ ਲੱਗਦਾ ਕਿ ਐਂਡ ਅਗੇਨ ਲੈट्स नॉट सिंगल आउट आम आदमी पार्टी, ऑल द पार्टीज आर टू बी ब्लेम्ड। ओके, आज की इस चर्चा में जुड़ने के लिए आपका बहुत शुक्रिया रितेश जी। थैंक यू जी। आप सबका भी बहुत शुक्रिया अपना कीमती वक्त हमें देने के लिए।